ਜੇ ਕਿਤੇ ਪੁਲਿਸ ਦੀ ਪ੍ਰੈਜ਼ੈਂਸ ਹੁੰਦੀ ਉੱਥੇ, ਕੋਈ ਪੁਲਿਸ ਦੀ ਗੱਡੀ ਹੁੰਦੀ ਉੱਥੇ ਕੋਈ, ਤਾਂ ਇਹ ਕਿਸ ਤਰ੍ਹਾਂ ਡਿਫਰੈਂਟ ਹੁੰਦੀ? ਜਾਂ ਖਰਚੇ ਦੀ ਗੱਲ ਖੋਸਾ ਸਾਹਿਬ ਬਹੁਤ ਹੋ ਰਹੀ ਆ ਵੀ ਖਰਚਾ ਪੈ ਜੂ, ਲੈ ਵੀ ਪੈ ਜੂ, ਖਰਚਾ ਹੋ ਜੂ। ਖਰਚਾ ਤਾਂ ਸਾਨੂੰ ਹੁਣ ਇੱਕ ਖਰਚੇ ਦਾ ਵੀ ਸਮਝਾਇਓ। ਉਹ 500 ਮਿਲੀਅਨ ਦਾ ਇੱਕ ਸਲੋਗਨ ਸੀ, ਉਹ ਤਾਂ ਡਿਸਪੀਅਰ ਹੋ ਗਿਆ ਹਵਾ 'ਚ, ਮੈਨੂੰ ਕਿਤੇ ਨਹੀਂ ਸੁਣਦਾ ਉਹ 500 ਮਿਲੀਅਨ। ਜਿਹੜੀ ਤੁਹਾਡਾ ਖਰਚਾ ਕਹਿੰਦੇ ਮੈਂ ਸਰੀ ਪੁਲਿਸ ਤੇ ਤਾਂ ਖਰਚਾ ਹੀ ਬਹੁਤ ਹੋ ਜਾਣਾ, ਉਹ ਕਿੰਨਾ ਖਰਚਾ ਹੋ ਜਾਣਾ? ਦੇਖੋ ਜੀ, 18 ਮਿਲੀਅਨ ਡਾਲਰ ਦਾ ਫਰਕ ਆ ਸਾਰਾ ਸਾਲ ਦੇ ਮਗਰ। 15,000 ਬੰਦਿਆਂ ਨੂੰ ਪਲੈਜ ਕਰਾ ਦਈਏ, ਜਿਹੜਾ 18 ਮਿਲੀਅਨ ਕਹਿੰਦੇ ਨੇ, $100 ਮਹੀਨੇ ਦਾ ਦਈਏ, 1200 ਹੋ ਗਿਆ। 1200 ਨੂੰ 15,000 ਨਾਲ ਗੁਣਾ ਕਰ ਦਿਓ, 18 ਮਿਲੀਅਨ ਹੋ ਗਿਆ। 15,000 ਬੰਦਿਆਂ ਦੀਆਂ ਗੱਡੀਆਂ ਤੇ ਸਟਿੱਕਰ ਜੇ 2 ਮਹੀਨੇ 'ਚ ਲਵਾ ਦਈਏ, 18 ਮਿਲੀਅਨ ਪੂਰਾ ਕਰ ਦਈਏ, ਫਿਰ ਗੱਲ ਖੜ ਜੂਗੀ। ਪਹਿਲਾਂ ਤਾਂ ਜੀ ਕੱਲ੍ਹ ਦੀ ਜਿਹੜੀ ਬਹੁਤ ਹੀ ਮਾੜੀ ਇੱਕ ਘਟਨਾ ਭਾਈਚਾਰੇ 'ਚ ਵਾਪਰੀ ਹੈ, ਇਹਨਾਂ ਬੱਚਿਆਂ ਨੂੰ ਤੁਸੀਂ ਨੇੜਿਓਂ ਇੰਟਰੈਕਟ ਕੀਤਾ, ਬਹੁਤ ਸਾਲ ਹੋ ਗਏ। ਜੇ ਕਿਤੇ ਪੁਲਿਸ ਦੀ ਪ੍ਰੈਜ਼ੈਂਸ ਹੁੰਦੀ ਉੱਥੇ, ਕੋਈ ਪੁਲਿਸ ਦੀ ਗੱਡੀ ਹੁੰਦੀ ਉੱਥੇ ਕੋਈ, ਤਾਂ ਇਹ ਕਿਸ ਤਰ੍ਹਾਂ ਡਿਫਰੈਂਟ ਹੁੰਦੀ? ਜਾਂ ਇਹਦੇ ਬਾਰੇ, ਕਿਉਂਕਿ ਸਪੈਸੀਫਿਕਲੀ ਤਾਂ ਕੁਛ ਕਹਿ ਨਹੀਂ ਸਕਦੇ ਤੁਸੀਂ, ਪਰ ਇਨ ਜਨਰਲ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਪਹਿਲਾਂ ਤਾਂ ਆਪਾਂ ਸਾਰੇ ਹੀ ਜਿਹੜੇ ਮਾਪਿਆਂ ਦੇ ਦੁੱਖ ਸ਼ਰੀਕ ਆ ਜੀ, ਵੀ ਇੰਨੀ ਛੋਟੀ ਉਮਰ 'ਚ ਕੀ ਦੁਸ਼ਮਣੀਆਂ ਹੋ ਸਕਦੀਆਂ ਅਤੇ ਐਡਾ ਵੱਡਾ ਲੋਸ ਜਿਹੜਾ ਮਾਪਿਆਂ ਨੂੰ ਝੱਲਣਾ ਪੈਂਦਾ। ਐਂਡ ਇਹ ਇਕੱਲਾ ਇੱਕ ਨਹੀਂ ਹੁੰਦਾ, ਤੁਹਾਨੂੰ ਸਾਰੇ ਪਿਛਲੇ ਯਾਦ ਆ ਜਾਂਦੇ। ਐਂਡ ਇਟ ਹਿਟਸ ਹੋਮ। ਹਰ ਵਾਰੀ ਜਦੋਂ ਕੋਈ ਬੱਚਾ ਨੌਜਵਾਨ ਜਾਂਦਾ ਆਪਣੀ ਕਮਿਊਨਿਟੀ 'ਚੋਂ, ਕਿਸੇ ਵੀ ਕਮਿਊਨਿਟੀ 'ਚੋਂ, ਉਹ ਧੱਕਾ ਬਹੁਤ ਲੱਗਦਾ ਦੇਖ ਕੇ, ਕਿਉਂਕਿ ਇਹਨਾਂ 'ਚ ਵਿਚਰੇ ਹੁੰਦੇ ਆ। ਸੋ ਪਹਿਲਾਂ ਵੀ ਇਹੋ ਜਿਹੀਆਂ ਟ੍ਰੈਜਡੀਜ਼ ਜਿਹੜੀਆਂ ਸਾਹਮਣਾ ਕਰਨਾ ਪਿਆ ਉਹਨਾਂ ਦਾ ਜੀ। ਪਰ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਪ੍ਰੋਟੋਕੋਲ ਦੇ ਅਧੀਨ ਇਹ ਜਿਹੜੀ ਫਾਈਲ ਹੈਗੀ ਹੈ, ਇਹ RCMP ਜੁਰਿਸਡਿਕਸ਼ਨ ਦੇ ਕੋਲ, ਇਹਦੀ ਮੈਂ ਐਗਜ਼ੈਕਟਲੀ ਇਸ ਫਾਈਲ 'ਤੇ ਕਮੈਂਟ ਨਹੀਂ ਕਰ ਸਕਦਾ। ਪਰ ਇਨ ਜਨਰਲ ਜਿਵੇਂ ਸਰੀ ਪੁਲਿਸ ਸਰਵਿਸ ਦੀ ਆਪਾਂ ਨਹੀਂ ਰੱਖੀ ਸੀ, ਜਦੋਂ ਕੰਸਲਟੇਸ਼ਨਸ ਕੀਤੀਆਂ ਕਮਿਊਨਿਟੀ ਨਾਲ, ਸਭ ਤੋਂ ਜ਼ਿਆਦਾ ਜਿਹੜੀ ਮੰਗ ਸੀਗੀ ਉਹ ਯੂਥ ਅਤੇ ਗੈਂਗਸ ਦੇ ਇਸ਼ੂ 'ਤੇ ਸੀਗੀ, ਜਿੱਥੋਂ ਸ਼ੁਰੂ ਹੋਈ ਗੱਲ। ਇਹ 2018 ਤੋਂ ਤੁਹਾਨੂੰ ਯਾਦ ਆ ਵੀ ਸ਼ੁਰੂ ਹੋਈ ਕਮਿਊਨਿਟੀ ਦੀ ਮੰਗ ਸੀ। ਉਸ ਤੋਂ ਬਾਅਦ ਜਦੋਂ ਆਪਾਂ ਪੁਲਿਸ ਸਰਵਿਸ ਐਸਟੈਬਲਿਸ਼ ਵੀ ਕਰ ਲਈ, ਚੀਫ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਆਪਾਂ ਕਮਿਊਨਿਟੀ ਕੰਸਲਟੇਸ਼ਨਸ ਕਰਨੀਆਂ, ਲੋਕ ਕੀ ਚਾਹੁੰਦੇ ਆ, ਕੀ ਮੰਗ ਹੈਗੀ ਲੋਕਾਂ ਦੀ। ਅਤੇ ਗੈਂਗਸ ਅਤੇ ਯੂਥ ਦਾ ਇਸ਼ੂ ਬਹੁਤ ਸਾਹਮਣੇ ਆਇਆ ਸੀਗਾ ਜੀ, ਅਤੇ ਉਹਨਾਂ ਨੇ ਉਸ ਮੰਗ ਨੂੰ ਸਾਹਮਣੇ ਰੱਖ ਕੇ ਫਿਰ ਯੂਥ ਸਟ੍ਰੈਟਜੀ ਜਿਹੜੀ ਹੈਗੀ ਉਹ ਡਿਜ਼ਾਈਨ ਕੀਤੀ ਆ ਵੀ ਬਹੁਤ ਜ਼ਿਆਦਾ ਸਾਨੂੰ ਜ਼ੋਰ ਦੇਣ ਦੀ ਲੋੜ ਆ ਇਹਨਾਂ ਨਾਲ। ਉਹ ਹੁਣ ਕਿਸ ਸ਼ੇਪ ਦੇ ਵਿੱਚ ਆਊਗੀ ਜਦੋਂ ਅਸੀਂ ਪੁਲਿਸ ਆਫ ਜੁਰਿਸਡਿਕਸ਼ਨ ਬਣਾਂਗੇ, ਇਹ ਸਮਾਂ ਦੱਸੂਗਾ। ਪਰ ਜਿਹੜੀ ਪੋਜ਼ੀਟਿਵ ਰਿਲੇਸ਼ਨਸ਼ਿਪ ਯੂਥ ਅਤੇ ਨਾ ਸਕੂਲਾਂ ਦੇ ਵਿੱਚ ਨਾ, ਉਹ ਬਹੁਤ ਜ਼ਰੂਰੀ ਆ। ਉਹ ਪ੍ਰੈਜ਼ੈਂਸ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ। ਹੁਣ ਕਈ ਜੁਰਿਸਡਿਕਸ਼ਨ ਤੁਹਾਨੂੰ ਯਾਦ ਹੋਣਾ ਕਿ ਪੁਲਿਸ ਰਿਸੋਰਸ ਆਫਿਸਰ ਸੀਗੇ, ਉੱਥੋਂ ਕੱਢ ਦਿੱਤੇ ਗਏ, ਕਈ ਹਜੇ ਵੀ ਉਸ 'ਚ ਬਿਲੀਵ ਕਰਦੇ, ਕਈ ਵਾਪਸ ਆ ਰਹੇ ਆ। ਪਰ ਉਹਨਾਂ ਦੀ ਬਣਤਰ ਪ੍ਰੋਗਰਾਮ ਦੀ ਕਿਹੋ ਜਿਹੀ ਹੋਵੇਗੀ ਉਹ ਸਮਾਂ ਦੱਸੂਗਾ। ਪਰ ਜਿਹੜੀ ਕਨੈਕਸ਼ਨ ਹੈਗਾ, ਇਟਸ ਐਬਸੋਲਿਊਟਲੀ ਨੈਸੈਸਰੀ, ਕਿਉਂਕਿ ਜਦੋਂ ਇਹ ਕਦੇ ਵੀ ਜਿਹੜੇ ਇੰਸੀਡੈਂਟ ਹੁੰਦੇ ਆ ਇੱਕਦਮ ਨਹੀਂ ਹੁੰਦਾ ਕੁਛ। ਸੋ ਕਈ ਵਾਰੀ ਇਹ ਜਿਹੜੇ ਸਾਈਨ ਹੈਗੇ ਤੁਸੀਂ ਪਹਿਲਾਂ ਫੜ ਸਕਦੇ ਆ, ਬਸ਼ਰਤੇ ਕਿ ਤੁਹਾਡਾ ਉਹ ਕਨੈਕਸ਼ਨ ਸਕੂਲ ਦੇ ਵਿੱਚ ਹੋਵੇ, ਪੁਲਿਸ ਨਾਲ ਤਾਲਮੇਲ ਹੋਵੇ, ਅਤੇ ਸਾਰੇ ਆਪਾਂ ਇਕੱਠੇ ਰਲ ਕੇ ਕੰਮ ਕਰੀਏ, ਬਚਾਅ ਫਿਰ ਹੋ ਸਕਦਾ। ਸਕੂਲਾਂ ਦੀ ਗੱਲ ਜੇ ਮੈਂ ਕਰਾਂ ਤੁਹਾਡੇ ਨਾਲ, ਕਿਉਂਕਿ ਸਾਰੀਆਂ ਫਾਈਲਸ ਤੁਸੀਂ ਵੇਖੀਆਂ ਆਫੀਸਰ ਦੇ ਤੌਰ 'ਤੇ, ਹੁਣ ਐਡਮਿਨਿਸਟ੍ਰੇਸ਼ਨ ਦੇ ਤੌਰ 'ਤੇ, ਬਹੁਤ ਚੀਜ਼ਾਂ ਜਿਹੜੀਆਂ ਤੁਹਾਡੇ ਵਿੱਚ ਦੀ ਲੰਘਦੀਆਂ। ਸਕੂਲ ਦਾ ਕੁਛ, ਸਕੂਲ ਦੇ ਪੱਧਰ 'ਤੇ ਤੁਸੀਂ ਕੁਝ ਦੱਸ ਤਾਂ ਸਕਦੇ ਨਹੀਂ। ਮੇਰੇ ਖਿਆਲ ਜੇ ਸਕੂਲ ਦੀ ਰਿਸੈਸ ਵਗੈਰਾ, ਬੱਚੇ ਬਾਹਰ ਜਾਂਦੇ ਨੇ, ਇੱਕ ਕੈਫੇਟੇਰੀਆ ਹੀ ਅੰਦਰ ਹੋਵੇ, ਜਵਾਕ ਬਾਹਰ ਨਾ ਆਉਣ, ਕੁਝ ਹੱਦਬੰਦੀ ਹੋਵੇ, ਜਵਾਕ ਤਾਂ ਜਿੱਧਰ ਮਰਜ਼ੀ ਤੁਰੇ ਫਿਰਦੇ ਆ, ਕੁਛ ਬੱਚਤ ਨਹੀਂ ਹੋ ਸਕਦੀ ਇਸ ਤਰ੍ਹਾਂ? ਦੇਖੋ, ਪ੍ਰੀਵੈਂਸ਼ਨ 'ਚ ਤਾਂ ਹਮੇਸ਼ਾ ਹੀ ਬੱਚਤ ਹੋ ਸਕਦੀ ਹੈ। ਜਦੋਂ ਆਪਾਂ ਪ੍ਰੀਵੈਂਟਿਵ ਮੈਜਰਸ ਜਿਹੜੇ ਲਈਏ, ਉਹਦੇ 'ਚ ਬੱਚਤ ਹੋਣੀ ਹੈ। ਇਹ ਵੀ ਮੰਨ ਕੇ ਚੱਲਣਾ ਪੈਣਾ ਵੀ ਕੁਛ ਬੱਚਿਆਂ ਨੇ ਤਾਂ ਵਿਗੜਨਾ ਹੀ ਆ। ਆਪਾਂ ਜਿੰਨਾ ਵੀ ਕਹਿ ਲਈਏ ਕਿ ਆਪਾਂ ਰੱਬ ਨਹੀਂ ਹੈਗੇ, ਕੋਈ ਵੀ ਨਹੀਂ, ਚਾਹੇ ਕਮਿਊਨਿਟੀ ਚਾਹੇ ਪੁਲਿਸ ਹੈਗੀ ਆ, ਪਰ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ। ਪਰ ਉਹਦੇ ਲਈ ਸਾਨੂੰ ਸਿੱਖਣਾ ਪੈਣਾ ਵੀ ਸਿਸਟਮ ਕੀ ਕਹਿੰਦਾ, ਕਿਉਂਕਿ ਆਪਾਂ ਕਈ ਵਾਰੀ ਗੱਲਬਾਤ ਕਰਦੇ ਇਮੋਸ਼ਨਲੀ ਉਸ ਚੀਜ਼ ਤੋਂ ਡਰਿਵਨ ਹੁੰਦੇ ਆ ਵੀ ਆਹ ਚੇਂਜਿਸ ਹੋਣੀਆਂ ਚਾਹੀਦੀਆਂ, ਪਰ ਉਹ ਚੇਂਜਿਸ ਕਿਵੇਂ ਲੈ ਕੇ ਆਉਣੀਆਂ, ਉਹ ਸਾਨੂੰ ਰਾਹ ਨਹੀਂ ਪਤਾ ਹਜੇ। ਐਜ਼ ਅ ਕਮਿਊਨਿਟੀ ਮੈਂ ਗੱਲ ਕਰਦਾ। ਸੋ ਉਹ ਸਾਨੂੰ ਦੇਖਣਾ ਪੈਣਾ ਕਿ ਸਕੂਲ ਬੋਰਡ ਦਾ ਕੀ ਰੋਲ ਹੈਗਾ ਜੀ। ਜੇ ਇੱਕ ਸਕੂਲ ਦੇ ਵਿੱਚ ਅਸੀਂ ਚੇਂਜ ਲੈ ਕੇ ਆਉਣੀ ਤਾਂ ਕਿਵੇਂ ਆਉਣੀ ਚਾਹੀਦੀ ਹੈ। ਕਈ ਮਾਪੇ ਮੇਰੇ ਕੋਲ ਆਉਂਦੇ, ਕਹਿੰਦੇ ਵੀ ਅਸੀਂ ਯੂਨੀਫਾਰਮ ਚਾਹੁੰਦੇ ਸਕੂਲਾਂ ਦੇ ਵਿੱਚ ਹੋਵੇ ਜੀ। ਚਾਹੁਣ ਅਤੇ ਇੰਪਲੀਮੈਂਟੇਸ਼ਨ ਦੇ ਵਿੱਚ ਜਿਹੜਾ ਪ੍ਰੋਸੈਸ ਹੈਗਾ ਉਹ ਸਾਨੂੰ ਸਿੱਖਣਾ ਪੈਣਾ। ਜਿੰਨੇ ਆਪਣੇ ਸਕੂਲ ਟਰਸਟੀ ਹੈਗੇ ਆ, ਸਕੂਲ ਬੋਰਡ ਹੈਗਾ, ਪ੍ਰਿੰਸੀਪਲ ਨਾਲ ਗੱਲਬਾਤ ਕਰੋ। ਇਹ ਚੀਜ਼ਾਂ ਜ਼ਰੂਰੀ ਆ, ਉਹ ਤੁਹਾਨੂੰ ਗਾਈਡ ਕਰ ਸਕਦੇ ਵੀ ਜੇ ਤੁਸੀਂ ਆਹ ਚੇਂਜ ਲੈ ਕੇ ਆਉਣੀ ਚਾਹੁੰਦੇ ਕਿਵੇਂ। ਹੁਣ ਤੁਹਾਨੂੰ ਯਾਦ ਹੋਊਗਾ ਪੰਜਾਬੀ ਇੰਪਲੀਮੈਂਟੇਸ਼ਨ ਦੀ ਗੱਲ ਚੱਲੀ ਸੀ ਕਾਫੀ ਚਿਰ ਪਹਿਲਾਂ ਜੀ, ਅਤੇ ਉਹਦੇ ਫਾਰਮ ਭਰਾਏ ਗਏ, ਕਈ ਮਾਪਿਆਂ ਨੇ ਭਰੇ ਨਹੀਂ। ਸੋ ਆਪਾਂ ਜੇ ਬੋਲੀ ਨਾਲ ਜੋੜਾਂਗੇ, ਮਾਂ ਬੋਲੀ ਨਾਲ ਬੱਚਿਆਂ ਨੂੰ, ਸਕੂਲਾਂ ਦੇ ਵਿੱਚ ਸਾਡੀ ਇਨਵੋਲਵਮੈਂਟ ਹੋਊਗੀ, ਪੇਰੈਂਟਸ ਵੋਲੰਟੀਅਰ ਕਰਨ ਜਾ ਕੇ ਉੱਥੇ,
ਉਹ ਸਾਨੂੰ ਭਾਈਚਾਰਕ ਸਾਂਝ ਸਕੂਲਾਂ ਨਾਲ ਵੀ ਬਣਾਉਣੀ ਪੈਣੀ ਹੈ ਔਰ ਉਹਦੇ ਨਾਲ ਪੁਲਿਸ ਦੀ ਪ੍ਰੈਜ਼ੈਂਸ ਹੋਣੀ ਤੇ ਕਿਸੇ ਤਰੀਕੇ ਦੇ ਪ੍ਰੋਗਰਾਮ ਜਿਹੜੇ ਚੱਲਣੇ। ਮੈਂ ਨਹੀਂ ਕਹਿ ਰਿਹਾ ਕਿ ਜੋ ਐਗਜ਼ਿਸਟਿੰਗ ਪ੍ਰੋਗਰਾਮ ਹੈਗੇ ਮਾੜੇ ਆ, ਪਰ ਦੇਰ ਇਜ਼ ਆਲਵੇਜ਼ ਮੋਰ। ਆਪਾਂ ਹੋਰ ਜਿਵੇਂ ਜਿਵੇਂ ਸਮਾਂ ਇਵੋਲਵ ਹੋ ਰਿਹਾ, ਜਿਵੇਂ ਬੱਚਿਆਂ ਦੀ ਉਮਰ ਘਟ ਰਹੀ ਹੈ ਗੈਂਗਸ ਦੇ ਵਿੱਚ ਜਾਣ ਦੀ, ਉਹਦੇ ਹਿਸਾਬ ਨਾਲ ਸਾਨੂੰ ਵੀ ਜਿਹੜੀ ਚੇਂਜ ਲੈ ਕੇ ਆਉਣੀ ਪੈਣੀ ਹੈ। ਲੋਕਲ ਗਵਰਨਮੈਂਟ ਦੇ ਵਿੱਚ ਮੇਅਰ ਬਰਿੰਡਾ ਦੇ ਜਿੱਤਣ ਤੋਂ ਬਾਅਦ ਸਟੇਕਸ ਬੜੀਆਂ ਹਾਈ ਨੇ ਕਮਿਊਨਿਟੀ ਦੇ ਵਿੱਚ। ਹਰ ਜਗ੍ਹਾ ਗੱਲ ਕਿਤੇ ਇਕੱਠ ਹੋਵੇ, ਸਰੀ ਪੁਲਿਸ ਸਰਵਿਸ ਦੇ ਭਵਿੱਖ ਦੀ ਗੱਲ ਚੱਲਦੀ ਹੈ। ਲੋਕਾਂ ਨੂੰ, ਸੁਣਨ ਵਾਲਿਆਂ ਨੂੰ ਹਾਲੇ ਤੱਕ ਇੰਨਾ ਪੂਰਾ ਨਹੀਂ ਪਤਾ ਕਿੰਨੇ ਅਫਸਰ ਨੇ। ਹਾਲਾਂਕਿ ਤੁਸੀਂ ਕਲੀਅਰਲੀ, ਤੁਹਾਡੇ ਚੀਫ ਲਪਿੰਸਕੀ ਨੇ ਕਲੀਅਰਲੀ ਦੱਸਿਆ ਮੇਰੇ ਕਿੰਨੇ ਅਫਸਰ ਨੇ। ਕੱਲ੍ਹ ਸਾਬਕਾ ਮੇਅਰ ਮੇਰੇ ਪ੍ਰੋਗਰਾਮ 'ਚ ਆਏ ਨੇ, ਉਹਨਾਂ ਨੂੰ ਵੀ ਪਤਾ ਦਸੰਬਰ 'ਚ ਇੰਨੇ ਆ ਰਹੇ ਨੇ, ਹੁਣ ਇੰਨੇ ਆ ਰਹੇ ਨੇ। ਉਹ ਕਹਿੰਦੇ ਮੇਰੀ ਜ਼ਿੰਦਗੀ ਦਾ ਇੱਕੋ ਹੀ ਪ੍ਰੋਜੈਕਟ ਹੈ, ਮੈਂ ਸਰੀ ਪੁਲਿਸ ਸਰਵਿਸ ਲਿਆਉਣੀ ਚਾਹੁੰਦਾ। ਇਹ ਕਮਿਊਨਿਟੀ ਓਰੀਐਂਟਡ ਪੁਲਿਸ ਹੈ, ਕਮਿਊਨਿਟੀ ਦੀ ਮੰਗ ਸੀ ਅਤੇ ਐਡੇ ਵੱਡੇ ਸ਼ਹਿਰ ਦੇ ਵਿੱਚ ਕਿਤੇ ਵੀ RCMP ਹੈ ਨਹੀਂ। RCMP ਸਤਿਕਾਰਤ ਬਹੁਤ ਸਾਡੀ ਪੁਲਿਸ ਫੋਰਸ ਹੈ, ਤੁਸੀਂ ਉਹਦਾ ਪਾਰਟ ਰਹੇ ਹੋ। ਐਜ਼ ਟੂਡੇ ਸਰੀ ਪੁਲਿਸ ਸਰਵਿਸ ਦਾ ਜਿਹੜਾ ਆਫੀਸਰਸ ਕਿੰਨੇ ਨੇ, ਕਿੰਨੀ ਹਾਇਰਿੰਗ ਆ, ਆਉਣ ਵਾਲੇ ਸਮੇਂ 'ਚ ਕਿੰਨੇ ਅਫਸਰ ਆ ਰਹੇ ਨੇ? ਮੈਂ ਇਹ ਤੋਂ ਵੀ ਇੱਕ ਸਟੈਪ ਪਿੱਛੇ ਜਾ ਕੇ ਥੋੜ੍ਹੀ ਜਿਹੀ ਜਾਣਕਾਰੀ ਦੇ ਦਿੰਦਾ ਸੁਣਨ ਵਾਲਿਆਂ ਨੂੰ ਜੀ ਕਿ ਸਰੀ ਪੁਲਿਸ ਸਰਵਿਸ ਕੋਈ ਇਹੋ ਜਿਹਾ ਪ੍ਰੋਜੈਕਟ ਨਹੀਂ ਵੀ ਅਸੀਂ ਆਏ ਤੇ ਅਸੀਂ ਸ਼ੁਰੂ ਕਰ ਲਈ। ਇਹਦੇ 'ਚ ਇਹ ਤੁਹਾਡੀ ਮੰਗ ਦੇ ਨਾਲ ਹੀ ਸ਼ੁਰੂ ਹੋਈ ਸੀ। ਇਹ ਵੀ ਯਾਦ ਰੱਖਣਾ ਪੈਣਾ ਕਿ ਬਹੁਤ ਜ਼ੋਰਦਾਰ ਮੰਗ ਸੀ ਕਮਿਊਨਿਟੀ ਦੀ, ਕੋਈ ਚੇਂਜ ਚਾਹੀਦੀ ਸਾਨੂੰ, ਨਵੀਨ ਸਾਨੂੰ ਪੁਲਿਸ ਸਰਵਿਸ ਚਾਹੀਦੀ ਆ। ਉਸ ਤੋਂ ਬਾਅਦ ਯੂਨੈਨਮਸ ਜਿਹੜਾ ਡਿਸੀਜਨ ਹੋਇਆ ਕਾਊਂਸਲ ਦਾ ਕਿ ਅਸੀਂ ਸਾਰੀਆਂ ਇਕੱਠੀਆਂ ਵੋਟਾਂ ਪੈ ਕੇ ਸਾਨੂੰ ਨਵੀਂ ਪੁਲਿਸ ਚਾਹੀਦੀ ਆ ਜੀ। ਉਸ ਤੋਂ ਬਾਅਦ ਉਹ ਪ੍ਰੋਵਿੰਸ ਕੋਲੇ ਗਈ ਰਿਕੁਐਸਟ, ਕਿਉਂਕਿ ਜਿਹੜੀ ਪੁਲਿਸਿੰਗ ਹੈਗੀ ਆ ਇਹ ਪਬਲਿਕ ਸੇਫਟੀ ਮਿਨਿਸਟਰ ਦੇ ਅੰਡਰ ਆਉਂਦੀ ਆ, ਅਧੀਨ ਆਉਂਦੀ ਆ, ਪ੍ਰੋਵਿੰਸ ਦੇ ਅਧੀਨ ਆਉਂਦੀ ਆ। ਜਿਹੜੇ ਮੇਅਰ ਕਾਊਂਸਲ ਹੁੰਦੇ ਉਹ ਮੰਗ ਸਕਦੇ ਆ ਕਿ ਅਸੀਂ ਸਾਨੂੰ ਨਵੀਂ ਪੁਲਿਸ ਚਾਹੀਦੀ ਆ ਜਾਂ ਨਹੀਂ ਚਾਹੀਦੀ, ਪਰ ਅਲਟੀਮੇਟ ਅਥਾਰਟੀ ਜਿਹੜੀ ਹੈਗੀ ਪੁਲਿਸਿੰਗ ਦੀ ਉਹ ਪ੍ਰੋਵਿੰਸ ਤੋਂ ਆਉਂਦੀ ਆ, ਪ੍ਰੋਵਿੰਸ਼ਲ ਗਵਰਨਮੈਂਟ ਤੋਂ ਆਉਂਦੀ ਹੈ। ਸੋ ਉਸ ਟਾਈਮ ਉਹਨਾਂ ਨੇ, ਪ੍ਰੋਵਿੰਸ ਨੇ ਸਾਰੀ ਸਟੱਡੀ ਕਰਨ ਤੋਂ ਬਾਅਦ, ਤੁਹਾਨੂੰ ਯਾਦ ਹੋਣਾ ਇੱਕ ਕਮੇਟੀ ਵੀ ਫਾਰਮ ਕੀਤੀ ਸੀਗੀ ਜਿਹਦੇ ਵਾਲੀਓਪਲ ਜਿਹੜੇ ਆਨਰੇਬਲ ਚੇਅਰ ਸੀਗੇ ਉਹਦੇ, ਉਹ ਸਾਰੇ ਪੱਖ ਦੇਖਣ ਤੋਂ ਬਾਅਦ ਉਹਨਾਂ ਨੇ ਗ੍ਰੀਨ ਲਾਈਟ ਜਿਹੜੀ ਪ੍ਰੋਵਿੰਸ ਨੇ ਦਿੱਤੀ ਸੀ, ਸੋਲਿਸਿਟਰ ਜਨਰਲ ਨੇ ਦਿੱਤੀ। ਹਾਂਜੀ। ਸੋ 2000 ਦੇ ਵਿੱਚ ਇੱਕ ਐਕ੍ਰੈਡਿਟਡ ਪੁਲਿਸ ਏਜੰਸੀ ਪੁਲਿਸ ਐਕਟ ਦੇ ਅਧੀਨ ਇਹ ਰਜਿਸਟਰ ਹੋ ਗਈ ਸੀ। ਠੀਕ। ਉਸ ਤੋਂ ਲੈ ਕੇ 2000 ਤੋਂ ਲੈ ਕੇ ਫਿਰ ਬੋਰਡ 2020 ਤੋਂ ਲੈ ਕੇ, ਹਾਂਜੀ। ਸੋ ਬੋਰਡ ਸਟੈਬਲਿਸ਼ ਹੋਇਆ। ਬੋਰਡ ਜਿਹੜਾ ਪ੍ਰੋਵਿੰਸ਼ਲੀ ਅਪਾਇੰਟਡ ਬੋਰਡ ਹੁੰਦਾ ਜਿਹੜਾ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਔਰ ਉਹਨਾਂ ਦੀ ਪੋਲੀਟੀਕਲ ਕੋਈ ਇੰਟਰਫੇਰੈਂਸ ਨਹੀਂ ਹੁੰਦੀ, ਉਹ ਪ੍ਰੋਵਿੰਸ ਤੋਂ ਅਪਾਇੰਟਡ ਬੋਰਡ ਹੈਗਾ। ਉਸ ਤੋਂ ਬਾਅਦ ਬੋਰਡ ਨੇ ਚੀਫ ਨੂੰ ਹਾਇਰ ਕੀਤਾ, ਫਿਰ ਬਾਕੀ ਸਟਾਫ ਹਾਇਰ ਹੁੰਦਾ। ਅੱਜ ਦੀ ਤਰੀਕ ਦੇ ਵਿੱਚ 315 ਪੁਲਿਸ ਆਫਿਸਰ ਜਿਹੜੇ ਭਰਤੀ ਕਰ ਲਏ ਗਏ ਨੇ ਯੂਨੀਫਾਰਮ। ਹਾਂਜੀ। ਸੋ ਉਹਦੇ ਵਿੱਚ ਤੁਸੀਂ ਦੇਖ ਲਓ ਕਿ 28 ਆਪਣੇ ਕੋਲ ਰਿਕਰੂਟ ਹੋ ਗਏ ਆ, 27 ਕੇ 28, ਤੇ ਬਾਕੀ ਜਿਹੜੇ 59 ਜਿਹੜੇ ਸਿਵਲੀਅਨ EMPLOYE ਵੀ ਭਰਤੀ ਕੀਤੇ ਗਏ ਆ। ਅੱਛਾ ਜੀ। ਸੋ ਇਹ ਹੁਣ ਕਾਫੀ ਵੱਡੀ ਜੇ ਸੈਕਿੰਡ ਲਾਰਜੈਸਟ ਮਿਊਨਿਸਪਲ ਪੁਲਿਸ ਫੋਰਸ ਬਣ ਚੁੱਕੀ ਹੈ BC ਦੀ, ਪਰ ਕਮਾਂਡ ਹਜੇ RCMP ਕੋਲੇ ਆ, ਕਿਉਂਕਿ ਉਹ ਜਦੋਂ ਇਹਨੂੰ ਪੁਲਿਸ ਆਫ ਜਿਊਰਿਸਡਿਕਸ਼ਨ, ਇਹ ਫੇਜ਼ਡ ਟ੍ਰਾਂਜੀਸ਼ਨ ਸੀਗੀ ਵੀ ਪਹਿਲੇ ਫੇਜ਼ ਦੇ ਵਿੱਚ ਅਸੀਂ ਹਾਇਰਿੰਗ ਕਰਾਂਗੇ, ਪਹਿਲੇ ਫੇਜ਼ ਦੇ ਵਿੱਚ ਅਸੀਂ ਜਿਹੜੇ ਆਪਣੇ ਪੁਲਿਸ ਆਫਿਸਰ ਹੈ, ਜਿਵੇਂ ਆਪਾਂ ਇੰਡੀਆ 'ਚ ਕਹਿੰਦੇ ਕਿ ਡੈਪੂਟੇਸ਼ਨ ਦੇ ਭੇਜਣੇ ਹੁੰਦੇ ਆ, ਸੈਕੌਂਡਮੈਂਟ ਮਾਡਲ ਦੇ ਅਧੀਨ ਅਸੀਂ RCMP ਦੇ ਨਾਲ ਕੰਮ ਕਰਨਗੇ। ਫਿਰ ਇੱਕ ਟਿਪਿੰਗ ਪੁਆਇੰਟ ਆਊਗਾ ਜਿੱਥੋਂ ਅਸੀਂ ਪੁਲਿਸ ਆਫ ਜਿਊਰਿਸਡਿਕਸ਼ਨ ਬਣਾਂਗੇ, ਉਹ ਅਪਰੂਵਲ ਵੀ ਪ੍ਰੋਵਿੰਸ ਨੇ ਦੇਣੀ ਹੁੰਦੀ ਹੈ। ਅੱਛਾ ਜੀ। ਉਹ ਅਪਰੂਵਲ ਹਲੇ ਪੈਂਡਿੰਗ ਹੈ? ਉਹ ਪੈਂਡਿੰਗ, ਉਹ ਫੇਜ਼ 2 ਦੇ ਵਿੱਚ ਜਿਹੜੀ ਹੈਗੀ ਹੈ, ਕਿਉਂਕਿ ਆਪਣਾ ਜਿਹੜਾ HR ਪਲਾਨ, ਜਿਹੜਾ ਹਿਊਮਨ ਰਿਸੋਰਸ ਪਲਾਨ ਜਿਹੜਾ ਸੀਗਾ, ਉਹ ਤਿੰਨੇ ਲੈਵਲਸ ਆਫ ਗਵਰਨਮੈਂਟ ਵੱਲੋਂ ਅਪਰੂਵਡ ਜਿਹੜਾ ਸੀਗਾ, ਉਹ ਹਜੇ ਮਈ 2023 ਤੱਕ ਲਾਗੂ ਆ। ਉਹਦੇ ਅਧੀਨ ਕਿੰਨੀਆਂ ਪੋਜੀਸ਼ਨਸ ਜਿਹੜੀਆਂ RCMP ਦੇ ਨਾਲ ਕੰਮ ਕਰਨਗੀਆਂ। ਹੁਣ ਤੱਕ ਆਪਾਂ 154 ਜਿਹੜੀ ਆ ਆਫਿਸਰ ਭੇਜ ਚੁੱਕੇ ਆ ਕੰਮ ਕਰਨ, ਜੋ ਸਰੀ ਦੀਆਂ ਸੜਕਾਂ ਦੇ ਉੱਪਰ ਗਸ਼ਤ ਕਰ ਰਹੇ ਆ ਯੂਨੀਫਾਰਮ ਪਾ ਕੇ RCMP ਦੇ ਨਾਲ। ਤੇ ਇਕੱਲੇ ਵੀ ਜਾਂਦੇ ਆ? ਇਕੱਲੇ ਵੀ ਜਾਂਦੇ, ਹਾਂਜੀ, ਇਕੱਲੇ ਵੀ ਜਾਂਦੇ। ਸੋ ਐਕਚੁਅਲੀ ਇਨਫੈਕਟ ਜੇ ਤੁਸੀਂ ਹੁਣ ਅੱਜ ਪੁਲਿਸ ਨੂੰ ਫੋਨ ਕਰੋ, ਬਹੁਤੇ ਚਾਂਸ ਹੈ ਵੀ ਸਰੀ ਪੁਲਿਸ ਸਰਵਿਸ ਦਾ ਮੈਂਬਰ ਹੀ ਤੁਹਾਨੂੰ ਰਿਸਪੌਂਡ ਕਰੂਗਾ। ਕਾਫੀ ਭਰਤੀ, ਕਾਫੀ 154 ਨੰਬਰ ਬਹੁਤ ਵੱਡਾ ਹੁੰਦਾ। ਸੋ ਟਿਪਿੰਗ ਪੁਆਇੰਟ ਆ ਜਿਹੜਾ, ਉਹਦੀ ਸ਼ਰਤ ਕੀ ਆ ਵੀ ਕਿੰਨੇ ਅਫਸਰ ਚਾਹੀਦੇ ਨੇ? ਕਿੰਨੇ ਅਫਸਰ ਤੇ ਹੋਰ ਵੀ ਕਈ ਪਾਲਿਸੀ ਰਿਸੋਰਸਸ ਹੈਗੇ ਆ, ਪਰ ਜੇ ਅੱਜ ਦੇ ਹਾਲਾਤ ਦੇ ਹਿਸਾਬ ਨਾਲ ਜੇ ਸਰੀ ਪੁਲਿਸ ਸਰਵਿਸ ਦੇ ਹਿਸਾਬ ਨਾਲ ਦੇਖਿਆ 6 ਮਹੀਨੇ ਦੇ ਵਿੱਚ ਅਸੀਂ ਰੈਡੀ ਹਾਂ। ਸੋ ਅਸੀਂ ਉਹ ਜੋ ਵੀ ਰਿਕੁਆਇਰਮੈਂਟਸ ਪ੍ਰੋਵਿੰਸ ਦੀਆਂ ਹੈਗੀਆਂ 6 ਮਹੀਨੇ ਦੇ ਅੰਦਰ ਅਸੀਂ ਉਹ ਪੂਰੀਆਂ, ਜਿਹੜੇ ਔਨ ਟਾਈਮ ਚੱਲ ਰਿਹਾ ਸਾਰਾ, ਜਿੰਨੇ ਵੀ ਮਾਈਲਸਟੋਨ ਜਿਹੜੇ ਪ੍ਰੋਵਿੰਸ ਨੇ ਸਾਡੇ ਲਈ ਰੱਖੇ ਸੀ ਉਹ ਅਸੀਂ ਮੀਟ ਕੀਤੇ ਸਾਰੇ। ਤੁਹਾਨੂੰ ਯਾਦ ਹੋਣਾ ਕਿ ਹਾਇਰਿੰਗ ਦੀ ਇੰਨਾ ਹੰਗਾਰਾ ਮਿਲਿਆ ਸੀ ਕਿ ਪ੍ਰੋਵਿੰਸ ਨੂੰ ਸਾਨੂੰ ਕਹਿਣਾ ਪਿਆ ਸੀ ਵੀ 175 ਤੋਂ ਵੱਧ ਤੁਸੀਂ ਬੰਦੇ ਨਾ ਹਾਇਰ ਕਰਿਓ, ਕਿਉਂਕਿ ਦੇ ਡੋਨਟ ਵਾਂਟ ਟੂ ਡੀਸਟੇਬਲਾਈਜ਼ ਪੁਲਿਸਿੰਗ ਅਰਾਊਂਡ BC। ਸੋ ਉਹਨਾਂ ਨੇ ਸਾਰੇ ਪ੍ਰੋਵਿੰਸ ਦਾ ਦੇਖਣਾ ਹੁੰਦਾ। ਸੋ ਜਿਹੜੇ ਨੰਬਰਸ ਹੈਗੇ ਆਪਣੇ, ਇਸ ਤਰ੍ਹਾਂ ਦੇ ਨੰਬਰਸ ਅੱਜ ਹੈਗੇ। ਹੁਣ ਰਾਜਨੀਤੀ ਇਹਦੇ 'ਤੇ ਵੱਡੀ ਹੋ ਰਹੀ ਆ। ਤੁਸੀਂ ਐਜ਼ ਏ ਅਫੀਸਰ ਤਾਂ ਖੈਰ ਤੁਸੀਂ ਅਤੇ ਮੈਂ ਅਸੀਂ ਪਾਰਟ ਨਹੀਂ। ਪਿਛਲੇ ਦਿਨੀ 2 ਚੀਜ਼ਾਂ, ਕੱਲ੍ਹ ਦੀ ਇੱਕ ਇੰਟਰਵਿਊ, ਇੱਕ ਪਹਿਲਾਂ ਆਨਰੇਬਲ ਮਾਈਕ ਫਾਰਨਵਰਥ ਨੇ ਜਦ ਫਰੀਜ਼ਿੰਗ ਦੀ ਗੱਲ ਕੀਤੀ ਸਪੈਂਡਿੰਗ ਦੀ, ਉਹ ਕਹਿੰਦੇ ਵੀ ਤੇਰੀ ਜੂਰੀਡਿਕਸ਼ਨ ਦੇ ਵਿੱਚ ਨਹੀਂ ਹੈ, ਮੇਅਰ ਨੂੰ ਉਹਨੇ ਕਿਹਾ। ਕੱਲ੍ਹ ਵੀ ਮੇਅਰ ਸਾਬਕਾ ਮੇਅਰ ਕਹਿ ਗਏ ਨੇ, ਕਹਿੰਦੇ ਸਾਡੇ ਹੱਕ 'ਚ ਨਹੀਂ, ਹੱਥ 'ਚ ਨਹੀਂ ਹੈ ਇਹਨੂੰ ਬਣਾਉਣਾ ਨਵੀਂ ਪੁਲਿਸ ਨੂੰ ਜਾਂ ਨਹੀਂ। ਅਸੀਂ ਰਿਕੁਐਸਟ ਕਰ ਦਿੱਤੀ, ਜਿਵੇਂ ਤੁਸੀਂ ਕਿਹਾ
ਸੂਬੇ ਨੇ ਅਪਰੂਵਲ ਦੇਤੀ, ਹੁਣ ਇੱਥੋਂ ਦੁਬਾਰਾ ਉਹ ਕਹਿ ਰਹੇ ਨੇ ਪਲਾਨ ਇੱਕ RCMP ਦੇ ਲਈ ਭੇਜੋ। ਜੇ ਸੂਬਾ ਅਪਰੂਵ ਕਰੂ ਤਾਂ ਹੀ ਉਹ ਗੱਲ ਹੋਣੀ ਹੈ। ਸਰੀ ਦੇ ਮੇਅਰ ਦੇ ਤਾਂ ਹੱਥ 'ਚ ਹੈ ਨਹੀਂ ਵੀ ਉਹ ਸਰੀ ਪੁਲਿਸ ਲੈ ਆਏਗੀ, ਆਪਣੇ RCMP ਲੈ ਆਏਗੀ। ਬਿਲਕੁਲ ਜੀ, ਜਿਵੇਂ ਆਪਾਂ ਕਹਿ ਰਹੇ ਕਿ ਮੰਗ ਸਕਦੇ ਹਾਂ, ਪਰ ਜੇ ਤੁਸੀਂ ਇੱਕ ਕਾਮਨ ਜਦੋਂ ਆਪਾਂ ਦੇਖਦੇ ਹਾਂ ਅੱਖ ਦੇ ਨਾਲ, ਇਹਦਾ ਮਤਲਬ ਇਹ ਹੋਇਆ ਕਿ ਹਰ 4 ਸਾਲੀ ਜੇ ਸਰਕਾਰ ਬਦਲਦੀ ਹੈ ਇਹੀ ਕੰਮ ਹੋ, ਤੇ ਹਰ ਵਾਰੀ ਬੰਦਾ ਕਹੋ ਕਿ ਮੈਂ ਨਵੀਂ ਮੈਨੂੰ ਚਾਹੀਦੀ ਹੈ। ਸੋ ਇਹ ਜਿਹੜੀ ਇਨਸਟੇਬਿਲਿਟੀ ਹੈਗੀ ਆ, ਇਹ ਕਿਸੇ ਵਾਸਤੇ ਚੰਗੀ ਨਹੀਂ ਨਾ। ਔਰ ਜਿਹੜਾ ਡਿਵਾਈਸਿਵ ਕੰਮ ਚੱਲ ਰਿਹਾ ਹੈਗਾ, ਪੋਲਰਾਈਜੇਸ਼ਨ ਹੋ ਗਈ ਕਮਿਊਨਿਟੀ ਦੀ, ਉਹ ਵੀ ਠੀਕ ਨਹੀਂ ਹੈਗੀ। ਸੋ ਪੁਲਿਸ ਜਿਹੜੀ ਪੋਲਿਟਿਕਸ ਤੋਂ ਦੂਰ ਰਹਿਣੀ ਚਾਹੀਦੀ ਹੈ। ਇਹ ਡਿਸੀਜਨ ਪੋਲੀਟੀਕਲ ਬੰਦਿਆਂ ਨੇ ਲੈਣੇ ਆ, ਉਹਨਾਂ ਨੇ ਲੈਣੇ ਆ, ਇਨਸਾਨਾਂ ਨੇ। ਸਾਡਾ ਇਹਦੇ 'ਚ ਕੋਈ ਕੰਮ ਨਹੀਂ, ਸਾਡਾ ਹੈਗਾ ਕੰਮ ਸਰਵ ਕਰਨਾ ਜੀ। ਔਰ ਅਸੀਂ ਪ੍ਰੋਵਿੰਸ ਦੀ ਗ੍ਰੀਨ ਲਾਈਟ ਲੈਣ ਤੋਂ ਬਾਅਦ ਹੀ ਇੱਥੇ ਆਏ ਸੀ ਆਪਣੀਆਂ ਜੌਬਾਂ ਛੱਡ ਕੇ ਇੱਥੇ ਕੰਮ ਕਰਨ। ਠੀਕ। ਅਸੀਂ ਤਾਂ ਚਲੋ ਫਿਰ ਵੀ ਲੋਕਲ ਸੀ ਜੀ, ਪਰ ਕਈ ਇਹੋ ਜਿਹੇ ਪਰਿਵਾਰ ਆ ਜਿਹੜੇ ਟੋਰਾਂਟੋ ਤੋਂ ਆਪਦਾ ਪਰਿਵਾਰ ਆਪਦਾ ਘਰ ਸਾਰਾ ਵੇਚ ਕੇ ਪਰਿਵਾਰ ਨੂੰ ਇੱਥੇ ਮੂਵ ਕਰਕੇ ਲੈ ਕੇ ਆਏ ਆ। ਬੱਚੇ ਉਰੇ ਲੈਣ ਬੱਚੇ ਕਈ ਵਿਨੀਪੈਗ ਤੋਂ ਮੁੰਡੇ ਮੂਵ ਹੋ ਕੇ ਆਏ ਆ, ਜਿਹੜੇ ਚਾਹੁੰਦੇ ਆ ਸਰੀ ਦੇ ਵਿੱਚ ਰਹਿਣਾ, ਸਰੀ ਦੇ ਵਿੱਚ ਪਰਿਵਾਰ ਆਪਣਾ ਰੇਜ਼ ਕਰਨਾ। ਸੋ ਬਹੁਤ ਸਾਰੀ ਉਤਲ ਪੁਤਲ ਜਿਹੜੀ ਹੋਈ ਆ ਟੂ ਐਸਟੈਬਲਿਸ਼ ਟੂ ਗੈਟ ਦਿਸ ਫਾਰ। ਤੇ ਹੁਣ ਪਿੱਛੇ ਨੂੰ ਜਾਣਾ ਜਿਹੜਾ ਤੁਸੀਂ ਉਹਦੇ ਇੰਪਲੀਕੇਸ਼ਨਸ ਦੇਖ ਸਕਦੇ ਹੋ। ਮਨੋਬਲ ਕਿਹੋ ਜਿਹਾ ਪੁਲਿਸ ਫੋਰਸ ਦਾ ਜੀ? ਚੜ੍ਹਦੀ ਕਲਾ ਜੀ, ਪਰ ਉਹਦੇ ਨਾਲ ਇਹ ਵੀ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਜਦੋਂ ਇਹੋ ਜਿਹੀਆਂ ਸਟੇਟਮੈਂਟਸ ਆਉਂਦੀਆਂ, ਅਨਸਰਟਨਟੀ ਕ੍ਰੀਏਟ ਹੁੰਦੀ ਆ, ਬਹੁਤ ਮਾੜੀ ਗੱਲ। ਤੇ ਉਹ ਜਿਹੜਾ ਮੈਂਟਲ ਸਟ੍ਰੈਸ ਜਿਹੜਾ ਕਾਜ਼ ਕਰਦੀ ਆ ਮੈਂਬਰਸ ਦੇ ਉੱਪਰ, ਜਿਹੜੇ ਕਿ ਬਾਹਰ ਜਾ ਕੇ ਇਸ ਕਮਿਊਨਿਟੀ ਨੂੰ ਸਰਵ ਕਰ ਰਹੇ। ਸੋ ਇਟ ਇਜ਼ ਨਾਟ ਅ ਗੁੱਡ ਸੀਨ ਫॉर ਐਨੀਵਨ, ਕਿਸੇ ਲਈ ਵੀ। ਸੋ ਸਰਟਨਟੀ ਹੋਣੀ ਬਹੁਤ ਜ਼ਰੂਰੀ ਆ। ਖੋਸਾ ਸਾਹਿਬ, ਹੁਣ ਮੈਨੂੰ ਐਂ ਦੱਸਿਓ ਵੀ ਕਮਿਊਨਿਟੀ ਦੇ ਵਿੱਚੋਂ ਜਦ ਆਪਾਂ ਗੱਲ ਕਰਦੇ ਹਾਂ, ਕਮਿਊਨਿਟੀ ਦੀ ਆਵਾਜ਼ ਹੁੰਦੀ ਹੈ, ਦੱਸੋ ਕੀ ਕਰੀਏ? ਕਮਿਊਨਿਟੀ ਕੀ ਕਰ ਸਕਦੀ ਹੈ? ਕਮਿਊਨਿਟੀ ਨੇ ਪਹਿਲਾ ਇਕੱਠ ਵੱਡਾ ਕਰਕੇ 18 ਜੂਨ 'ਚ ਜਾਂ 2 ਬੱਚੇ ਮਾਰੇ ਗਏ ਸਾਡੇ ਚੱਕਲੇ, ਕਮਿਊਨਿਟੀ ਨੇ ਪੱਖੀ ਹੰਗਾਰਾ ਦਿੱਤਾ, ਮੇਅਰ ਮੁਕੱਲਮ ਬਣ ਗਏ। ਉਹਨਾਂ ਨੇ ਇਸ ਬਿਨਾਂ ਤੇ ਚੋਣ ਲੜੀ ਵੀ ਮੈਂ ਸਾਰੀ ਪੁਲਿਸ ਸਰਵਿਸ ਲੈ ਕੇ ਆਵਾਂਗਾ, ਤੇ ਉਹਨਾਂ ਨੇ ਉਹ ਗੱਲ ਪੂਰੀ ਕਰ ਦਿੱਤੀ। ਹੁਣ ਜਿਹੜੀ ਰਾਜਕਤਾ ਹੈ ਉਹਦੇ ਤੇ ਦਿਲ ਕਮਿਊਨਿਟੀ ਦਾ ਵੀ ਟੁੱਟਿਆ ਬੈਠਾ। ਕਮਿਊਨਿਟੀ ਇਸ ਦੇ ਵਿੱਚ ਕਿਵੇਂ ਹਿੱਸਾ ਪਾ ਸਕਦੇ, ਦੱਸੋ? ਦੇਖੋ, ਪ੍ਰੋਸੈਸ ਦੀ ਆਪਾਂ ਗੱਲ ਕਰਦੇ ਸੀਗੇ, ਕਿਉਂਕਿ ਮੈਂ ਉਸ ਪਾਸੇ ਨਹੀਂ ਹੁੰਗਾਰਾ ਦਿੰਦਾ ਵੀ ਆਪਾਂ ਵੱਡੇ ਇਕੱਠ ਕਰਕੇ ਕੋਈ ਇਸ ਤਰ੍ਹਾਂ ਦਾ ਪਾੜ ਨਾ ਪਵੇ ਕਮਿਊਨਿਟੀ ਦੇ ਵਿੱਚ। ਬਿਲਕੁਲ। ਪਰ ਜਿਹੜੀ ਵੀ ਤੁਹਾਡੀ ਖੁਆਇਸ਼ ਹੈਗੀ ਆ, ਚਾਹੇ ਉਹ ਸਰੀ ਪੁਲਿਸ ਰੱਖਣ ਦੇ ਹੱਕ 'ਚ ਹੈ, ਚਾਹੇ ਨਹੀਂ ਰੱਖਣ ਦੇ ਹੱਕ 'ਚ, ਤੁਸੀਂ ਆਪਣੇ ਲੋਕਲ ਜਿਹੜੇ ਰਿਪਰੈਜ਼ੈਂਟੇਟਿਵ, ਜਿਹੜੇ ਆਪਾਂ ਚੁਣ ਕੇ ਭੇਜੇ ਨੁਮਾਇੰਦੇ ਹੁੰਦੇ ਆ, ਉਹਨਾਂ ਨੂੰ ਐਕਸਪ੍ਰੈਸ ਜ਼ਰੂਰ ਕਰ ਸਕਦੇ ਆ। ਦੇयर ਇਜ਼ ਲੋਟ ਆਫ ਪਾਵਰ ਇਨ ਕਮਿਊਨਿਟੀ। ਯੈਸ। ਆਪਾਂ ਕਈ ਵਾਰੀ ਆਪਾਂ ਉਸ ਚੀਜ਼ ਨੂੰ ਭੁੱਲ ਜਾਂਦੇ ਹਾਂ ਕਿ ਅਸੀਂ ਇੱਥੋਂ ਦਾ ਟੈਕਸ ਪੇ ਕਰਦੇ ਹਾਂ, ਟੈਕਸ ਪੇਅਰ, ਅਸੀਂ ਆਪਣੀ ਜਿਹੜੀ ਖੁਆਇਸ਼ ਸਾਡੀ ਦਿਲ ਦੀ ਹੈਗੀ ਉਹ ਦੱਸ ਸਕਦੇ ਉਹਨਾਂ ਰਿਪਰੈਜ਼ੈਂਟੇਟਿਵ ਨੂੰ। ਉਹ ਕਿਤੇ ਨਾ ਕਿਤੇ ਆਵਾਜ਼ ਸਰਕਾਰੇ ਦੇ ਬਾਰੇ ਪਹੁੰਚਦੀ ਹੈ, ਜਿਹਦੇ ਬੇਸ ਤੇ ਉਹ ਕੰਸੀਡਰ ਜਿਹੜੇ ਕਰਦੇ ਸਾਰੀ ਚੀਜ਼ਾਂ। ਟੋਟਲ ਜਿਹੜੇ ਸਰੀ ਪੁਲਿਸ ਸਰਵਿਸ ਨੇ ਕੀ ਆਰਗੇਨਾਈਜ਼ ਕੀਤਾ ਜੀ? ਕਿੰਨੇ ਅਫਸਰ ਟੋਟਲ ਤੁਸੀਂ ਰੱਖਣੇ ਨੇ? ਆਨਗੋਇੰਗ ਰਹੇਗਾ? ਜੇ ਹੁਣ ਆਪਾਂ ਵੈਨਕੂਵਰ ਨਾਲ ਇਸ ਨੂੰ ਕੰਪੇਅਰ ਕਰਦੇ ਹਾਂ, ਸਾਡੀ ਗਿਣਤੀ ਲਗਭਗ ਉੱਥੇ ਚਲੇ ਗਈ। ਉਹਨਾਂ ਕੋਲ 1200 ਦੇ ਕਰੀਬ ਅਫਸਰ ਨੇ ਜੀ। ਉਹਨਾਂ ਨੇ ਚੋਗਾ ਸਿੱਟ ਕੇ ਵੇਖ ਲਿਆ, ਅਸੀਂ ਲੈ ਲਾਂਗੇ, ਬਟ ਤੁਹਾਡੇ ਅਫਸਰਾਂ ਨੇ ਕਹਿਤਾ ਅਸੀਂ ਨਹੀਂ ਜਾਣਾ। RCMP ਕਹਿੰਦੀ ਆ ਵੀ ਇਹ ਸਾਡੇ ਵੱਲ ਆ ਜਾਣਗੇ, ਉਹ ਕਹਿੰਦੇ ਅਸੀਂ ਨਹੀਂ ਆਉਣਾ। ਸੋ ਉਹ ਖੜੇ ਨੇ ਵੈਸੇ ਤਾਂ ਬਹੁਤ, ਅਤੇ ਪਰ ਇਸ ਦਾ ਪਲਾਨ ਟੋਟਲ ਨੰਬਰ ਆਫ ਆਫੀਸਰਸ ਹੁਣ ਨਿਰਧਾਰਤ ਨੇ ਜਾਂ ਸਮੇਂ ਨਾਲ ਨਿਰਧਾਰਤ ਹੋਣੇ ਨੇ? ਦੇਖੋ, 800 ਦਾ ਏਮ ਲੈ ਕੇ ਚੱਲ ਰਹੇ ਹਾਂ। ਅੱਛਾ। ਪਰ ਇਹ ਵੀ ਦੇਖਣਾ ਪੈਣਾ ਕਿ ਨੰਬਰ ਉਹ ਐਲੋਕੇਟ ਕਿੱਥੇ ਹੁੰਦੇ ਆ। ਤੁਹਾਨੂੰ ਅੱਜ ਜੇ ਮੈਂ 800 ਨੰਬਰ ਦੇ ਦਾਂ, 800 ਨੰਬਰ ਤੁਸੀਂ 10-15 ਯੂਨਿਟਸ ਦੇ ਵਿੱਚ ਡਿਵਾਈਡ ਕਰ ਦਿਓ, ਕੁਛ ਅੰਦਰ ਆਫਿਸ 'ਚ ਕੰਮ। ਸਾਡਾ ਸਰੀ ਪੁਲਿਸ ਸਰਵਿਸ ਦਾ ਇਹ ਸੀਗਾ ਕਿ ਅਸੀਂ ਕਮਿਊਨਿਟੀ ਓਰੀਐਂਟਡ ਪੁਲਿਸ ਬਣਾਉਣੀ ਚਾਹੁੰਦੇ ਹਾਂ। ਸੋ ਬਹੁਤੀ ਵਿਜ਼ਿਬਿਲਿਟੀ ਜਿਹੜੀ ਉਹਨਾਂ ਮੈਂਬਰਸ ਦੀ ਬਾਹਰ ਦਿਸੂਗੀ ਤੁਹਾਨੂੰ। ਸੋ ਉਹਦੇ ਨਾਲ ਸਮੇਂ ਦੇ ਨਾਲ ਜਿਵੇਂ ਲੋੜ ਵਧੂਗੀ, ਬੋਰਡ ਨੂੰ ਉਹ ਨੰਬਰਸ ਪ੍ਰੈਜ਼ੈਂਟ ਕੀਤੇ ਜਾਣਗੇ, ਬੋਰਡ ਵੱਲੋਂ ਅਪਰੂਵਲ ਹੋਊਗੀ, ਕਾਉਂਸਲ ਦੇ ਥਰੂ ਉਹ ਨੰਬਰ ਗਿਣਤੀ ਜਿਹੜੀ ਸਮੇਂ ਦੇ ਹਿਸਾਬ ਨਾਲ ਇਵੋਲਵ ਹੁੰਦੀ ਜਾਣੀ ਹੈ। ਹੁਣ VPD ਦੀ ਤੁਸੀਂ ਗੱਲ ਕੀਤੀ ਕਿ 1338 ਉਹਨਾਂ ਕੋਲੇ, ਮੈਂ ਲਾਸਟ ਨੰਬਰ 2020 ਦੇ ਵਿੱਚ ਚੈੱਕ ਕੀਤਾ ਸੀਗਾ। ਕਮਾਲ। ਤੇ ਉਹ 100 ਹੋਰ ਮੰਗ ਰਹੇ ਆ। ਸੋ 1450 ਦੇ ਕਰੀਬ ਹੋ ਗਏ। ਜੇ ਪਾਪੂਲੇਸ਼ਨ ਦੇਖੀਏ ਤਾਂ ਆਲਮੋਸਟ ਸੇਮ ਹੈ ਸਾਡੀ ਜੀ। ਤੇ ਮੈਂ ਮੋਟਾ ਜਿਹਾ ਹਿਸਾਬ ਲਾ ਕੇ ਦੇਖਿਆ ਸੀ, ਮੈਂ ਹਿਸਾਬ ਮੈਥ 'ਚ ਬਾਹਲਾ ਸਟਰੋਂਗ ਨਹੀਂ ਹੈਗਾ, ਪਰ ਫਿਰ ਵੀ ਜਿੰਨਾ ਕਿ ਮੈਂ ਲਾ ਕੇ ਦੇਖਿਆ ਸੀ, 450 ਬੰਦਿਆਂ ਮਗਰ ਰੈਜ਼ੀਡੈਂਟਸ ਮਗਰ ਇੱਕ ਪੁਲਿਸ ਵਾਲਾ ਆ। ਤੇ ਜੇ ਉਹੀ ਇੱਥੇ ਕੰਪੇਅਰ ਕਰੀਏ ਤਾਂ ਉਹ 1100 ਦੇ ਮਗਰ ਇੱਕ ਹੈ। ਸੋ ਜਦੋਂ ਆਪਾਂ ਸਰਵਿਸ ਮੰਗਦੇ ਹਾਂ, ਜਦੋਂ ਆਪਾਂ ਕਹਿੰਦੇ ਸਾਨੂੰ ਵਧੀਆ ਸਰਵਿਸ ਮਿਲੇ, ਯੂ ਕੈਨ ਡੂ ਮੋਰ ਵਿਦ ਲੈਸ। ਤੇ ਜਦੋਂ ਆਪਾਂ RCMP ਦੀ ਵੀ ਕਿਤੇ ਗੱਲ ਕੀਤੀ, ਲੋਕ ਕਦੇ ਗਿਲਾ ਸ਼ਿਕਵਾ ਕਰਦੇ ਆ, ਉੱਥੇ ਵੀ ਆਪਾਂ ਮੈਂਬਰਸ 'ਤੇ ਬਲੇਮ ਨਹੀਂ ਕਰ ਸਕਦੇ। ਜਦੋਂ ਥੋੜ੍ਹੇ ਗਿਣਤੀ ਨਾਲ ਜ਼ਿਆਦਾ ਕੰਮ ਕਰਨਾ ਔਖਾ ਆ। ਬਿਲਕੁਲ। ਅਫਸਰ ਤਾਂ ਜਿਹੜਾ ਘਰੋਂ ਤਿਆਰ ਹੋ ਕੇ ਨਿਕਲਿਆ, ਉਹਨੇ ਪ੍ਰੋਟੈਕਟ ਕਰਨਾ ਹੀ ਕਰਨਾ। ਵਰਦੀ ਦਾ ਸਾਨੂੰ ਮਤਲਬ ਨਹੀਂ, ਪਰ ਹੁਣ ਇੱਕ ਟ੍ਰਾਂਜੀਸ਼ਨ ਹੋ ਰਹੀ ਹੈ ਤੇ ਲੋਕ ਜਿਹੜੇ ਪੁਲਿਸ ਸਰਵਿਸ ਦੇ ਨਾਲ, ਜਿਹੜੀ ਪੁਲਿਸ ਫੋਰਸ ਨਾਲ ਉੱਥੇ ਖੜਨਾ ਚਾਹੁੰਦੇ ਨੇ। ਇੱਕ ਮੈਂ ਹੁਣ ਇੱਕ ਅਫਸਰ ਦੇ ਤੌਰ ਤੇ ਇੱਕ ਹੌਟ ਸਿਚੁਏਸ਼ਨ ਦੇ ਵਿੱਚ ਜੇ ਤੁਹਾਨੂੰ ਮੈਂ ਪਾਵਾਂ, ਜਿਵੇਂ ਹੁਣ ਕੱਲ੍ਹ ਵਾਲੀ ਗੱਲ ਹੋਈ ਹੈ, ਸਕੂਲਾਂ ਦੇ ਸੰਬੰਧ ਦੇ ਵਿੱਚ ਕੋਈ ਪੁਲਿਸਿੰਗ ਦੇ ਵਿੱਚ ਫੇਰ ਬਦਲ ਕਰਨਾ। ਕਮਿਊਨਿਟੀ ਨੇ ਕਹਿ ਤਾ ਵੀ ਸਾਨੂੰ ਜੀ ਤੁਹਾਡਾ ਕੋਈ ਅਫਸਰ ਪ੍ਰਿੰਸਿਸ ਦੇ ਵਿੱਚ ਚਾਹੀਦਾ।
ਸਰੀ ਪੁਲਿਸ ਸਰਵਿਸ ਉਸ ਨੂੰ ਕਿਵੇਂ ਕਰੇਗੀ, ਉਹਦੀਆਂ ਪਰਮਿਸ਼ਨਸ ਕੀ, ਤੇ ਆਰਸੀਐਮਪੀ ਕਿਵੇਂ ਕਰੇਗੀ? ਥੋੜ੍ਹਾ ਜਿਹਾ ਇਹਦਾ ਸਮਝਾਇਓ ਵੀ ਆਰਸੀਐਮਪੀ ਕਿਸ ਤਰ੍ਹਾਂ ਆਪਰੇਟ ਕਰਦੇ, ਤੁਸੀਂ ਉਹਦਾ ਪਾਰਟ ਰਹੇ ਹੋ। ਸਰੀ ਪੁਲਿਸ ਸਰਵਿਸ ਬੋਰਡ ਦੇ ਥੱਲੇ ਆ, ਚੇਅਰ ਮੇਅਰ ਕਰਦਾ ਹੈ, ਤੇ ਉਹ ਕਿੰਨਾ ਛੇਤੀ ਇੰਪਲੀਮੈਂਟੇਸ਼ਨ ਹੋ ਸਕਦੀ ਹੈ? ਬਹੁਤ ਵਧੀਆ ਸਵਾਲ ਆ ਜੀ। ਇੱਕ ਤਾਂ ਪਹਿਲਾਂ ਮੈਂ ਗੱਲ ਕਲੀਅਰ ਕਰਦਾ ਕਿ ਆਈ ਹੈਵ ਲੋਟ ਆਫ ਰਿਸਪੈਕਟ ਫॉर ਆਰਸੀਐਮਪੀ। ਬਿਲਕੁਲ। ਤੇ ਜਿਹੜੇ ਉਹ ਜਿੰਨੇ ਵੀ ਮੈਂਬਰਸ ਕੰਮ ਕਰਦੇ ਦੇ ਵਰਕ ਵੈਰੀ ਹਾਰਡ ਜੀ। ਪਰ ਉਹਦੇ ਨਾਲ ਨਾ ਫਰਕ ਬੜਾ ਬੁਨਿਆਦੀ ਫਰਕ ਜਿਹੜੇ ਮਿਊਨਿਸਪਲ ਪੁਲਿਸ ਸਰਵਿਸ ਦਾ, ਕਿਉਂਕਿ ਮੈਂ ਕੱਲੀ ਆਰਸੀਐਮਪੀ ਦੇ ਨਾਲ ਹੀ ਬਾਕੀ ਜਿਹੜੇ ਇੰਟੀਗ੍ਰੇਟਡ ਯੂਨਿਟ 'ਚ ਕੰਮ ਕੀਤਾ, 14-15 ਏਜੰਸੀਆਂ ਨਾਲ ਕੰਮ ਕਰਕੇ ਦੇਖਿਆ, ਈਵਨ ਅਲਬਰਟਾ ਦੇ ਵਿੱਚ ਵੀ ਕੰਮ ਕੀਤਾ। ਫਰਕ ਦੇਖਿਆ ਕੀ ਆ ਬੁਨਿਆਦੀ ਤੌਰ ਤੇ, ਮਿਊਨਿਸਪਲ ਪੁਲਿਸ ਸਰਵਿਸ ਆਲਵੇਜ਼ ਨਿੰਬਲ, ਇਟਸ ਆਲਵੇਜ਼ ਨਿੰਬਲ ਟੂ ਚੇਂਜ। ਹੁਣ ਜੇ ਸਮੇਂ ਦੀ ਅੱਜ ਜ਼ਰੂਰਤ ਕਹਿੰਦੀ ਹੈ ਵੀ ਸਾਨੂੰ ਯੂਥ ਤੇ ਫੋਕਸ ਕਰਨਾ ਚਾਹੀਦਾ, ਕਮਿਊਨਿਟੀ ਦੀ ਮੰਗ ਹੈ, ਜੋ ਉੱਥੋਂ ਕ੍ਰਾਈਮ ਰੇਟ ਸਾਨੂੰ ਦਿਖ ਰਹੇ ਆ, ਤਾਂ ਆਲ ਵੀ ਹੈਵ ਟੂ ਡੂ ਇਜ਼ ਪ੍ਰੈਜ਼ੈਂਟ ਟੂ ਦ ਬੋਰਡ, ਤੇ ਜਾਂ ਕਮਿਊਨਿਟੀ ਵੀ ਬੋਰਡ ਤੱਕ ਡਾਇਰੈਕਟਲੀ ਅਪਰੋਚ ਕਰ ਸਕਦੀ ਹੈ ਵੀ ਸਾਨੂੰ ਆਹ ਚੀਜ਼ ਚਾਹੀਦੀ ਹੈ, ਤੇ ਬੋਰਡ ਚੀਫ ਦੇ ਨਾਲ ਡਾਇਰੈਕਟ ਕਰਕੇ ਕਹਿ ਸਕਦੇ ਕਿ ਸਾਨੂੰ ਆਹ ਪਾਲਿਸੀ ਇੰਪਲੀਮੈਂਟ ਕਰਨੀ ਹੈ। ਇਟ ਇਜ਼ ਵੈਰੀ ਕੁਇਕ, ਕਿਉਂਕਿ ਉਹ ਆਟੋਆ ਤੋਂ ਨਹੀਂ ਆਰਡਰ ਆਉਣੇ, ਉਹ ਲੋਕਲ ਤੁਹਾਡੀ ਮੰਗ ਹੈ, ਲੋਕਲ ਅਪਰੋਚੇਬਿਲਿਟੀ ਤੁਹਾਡੀ ਵੱਧ ਜਾਂਦੀ ਹੈ ਜੀ। ਸੋ ਇੱਕ ਤਾਂ ਇਹ ਚੀਜ਼ ਹੋ ਗਈ, ਦੂਜੀ ਟਰਾਂਸਪੇਰੈਂਸੀ ਹੋ ਗਈ ਤੁਹਾਡੀ, ਵੀ ਜਿਹੜਾ ਬਜਟ ਆ ਤੁਹਾਡਾ ਵੈਬਸਾਈਟ ਤੇ ਪਿਆ ਹੈਗਾ, ਨੰਬਰ ਸਾਡੇ ਕਿੰਨੇ ਸਾਨੂੰ ਅੱਜ ਪੁੱਛ ਲਓ, ਤੁਹਾਨੂੰ ਦੱਸ ਦਾਂਗੇ 315 ਹਾਇਰ ਕੀਤੇ ਆ, 59 EMPLOYEES ਹੈਗੇ ਆ, ਪਰ ਜੇ ਦੂਜੇ ਪਾਸੇ ਪੁੱਛ ਕੇ ਦੇਖੋ ਤੁਸੀਂ ਪਤਾ ਨਹੀਂ ਲੱਗਦਾ। ਸੋ ਇਹ ਇੱਕ ਟਰਾਂਸਪੇਰੈਂਸੀ ਬਹੁਤ ਵੱਡੀ ਚੀਜ਼ ਹੈ। ਦੂਜੀ ਲੌਂਜੀਵਿਟੀ ਹੁੰਦੀ ਪ੍ਰੋਗਰਾਮ ਦੀ, ਕਿ ਜਿਹੜੇ ਮੈਂਬਰਸ ਭਰਤੀ ਹੋ ਗਏ ਮਿਊਨਿਸਪਲ ਸਰਵਿਸ ਦੇ ਵਿੱਚ, ਉਹ 25-30 ਸਾਲ ਇੱਥੇ ਰਹਿਣੇ ਆ। ਇਹ ਪਹਿਲੀ ਓਪਰਚੁਨਿਟੀ ਸੀ ਜਿਹੜੀ ਮਿਊਨਿਸਪਲ ਲੋਕੀ ਇੱਥੇ ਇੰਨੇ ਆਏ ਆ। ਅਦਰਵਾਈਜ਼ ਜਿਹੜਾ ਹੁਣ ਵੈਨਕੂਵਰ ਪੁਲਿਸ ਦਾ ਮੈਂਬਰ ਹੈ, ਉਹਨੇ 20-25-30 ਸਾਲ ਉੱਥੇ ਹੀ ਰਹਿਣਾ ਜੀ। ਸੋ ਉਹਦੀ ਲੋਕਾਂ ਨਾਲ ਮੇਲ ਮਿਲਾਪ ਵਧਣਾ, ਲੋਕਾਂ ਨੂੰ ਜਾਣ ਪਛਾਣ ਵਧਣੀ ਹੈ, ਨੇਬਰਹੁੱਡ ਲੈਵਲ ਤੇ ਤੁਹਾਡੀ ਕਨੈਕਟੀਵਿਟੀ ਹੋ ਜਾਂਦੀ ਹੈ। ਹੁਣ ਮੇਰੇ 'ਚ ਕੋਈ ਜਾਦੂ ਦੀ ਛੜੀ ਨਹੀਂ ਹੈਗੀ, ਮੈਨੂੰ ਕਿਉਂ ਲੋਕ ਫੋਨ ਕਰਦੇ, ਕਿਉਂਕਿ ਮੈਂ ਵਿਚਰਦੇ ਹਾਂ ਲੋਕਾਂ 'ਚ। ਬਿਲਕੁਲ, ਪਾਰਟ ਹਾਂ ਸ਼ਹਿਰ ਦਾ। ਤੇ ਮੇਰੇ ਵਰਗੇ ਹੋਰ ਹਜ਼ਾਰਾਂ ਆਫਿਸਰ ਆ ਜਿਹੜੇ ਸਿੰਸੀਅਰਟੀ ਨਾਲ ਕੰਮ ਕਰਦੇ ਆ, ਪਰ ਉਹਨਾਂ ਕੋਲੇ ਕਈ ਵਾਰੀ ਓਪਰਚੁਨਿਟੀ ਨਹੀਂ ਹੁੰਦੀ, ਕਿਉਂਕਿ ਇੱਕ ਥਾਂ ਤੇ ਟਿਕਾਣਾ ਨਹੀਂ ਹੁੰਦਾ। ਸੋ ਜਦੋਂ 2-3 ਸਾਲ ਜਦੋਂ ਫੈਡਰਲ ਯੂਨਿਟ ਤੁਸੀਂ ਕੰਮ ਕਰਦੇ, ਇਹ ਮੰਨਣਾ ਪਊਗਾ ਕਿ ਜਿਹੜੇ ਪ੍ਰੋਜ਼ ਐਂਡ ਕੌਨ ਹੁੰਦੇ। ਪ੍ਰੋਜ਼ ਇਹ ਹੈ ਕਿ ਉਹ ਬਹੁਤ ਵੱਡੀ ਨੈਸ਼ਨਲ ਪੁਲਿਸ ਸਰਵਿਸ, ਓਪਰਚੁਨਿਟੀਜ਼ ਬਹੁਤ ਉਹਦੇ 'ਚ। ਖਰਚੇ ਦੀ ਗੱਲ ਖੋਸਾ ਸਾਹਿਬ ਬਹੁਤ ਹੋ ਰਹੀ ਆ, ਬਈ ਖਰਚਾ ਪੈ ਜੂ, ਲੈਵੀ ਪੈ ਜੂ, ਖਰਚਾ ਹੋ ਜੂ। ਖਰਚਾ ਤਾਂ ਸਾਨੂੰ ਹੁਣ, ਜੇ ਮੈਂ ਨਿੱਜੀ ਤੌਰ ਤੇ ਕਹਾਂ, ਮੇਰੇ ਬੱਚੇ ਪਬਲਿਕ ਸਕੂਲ 'ਚ ਪੜ੍ਹੇ ਹੀ ਨਹੀਂ, ਮੈਂ ਪੜ੍ਹਾਏ ਹੀ ਨਹੀਂ, ਮੇਰੇ ਬੱਚੇ ਪ੍ਰਾਈਵੇਟ ਸਕੂਲ, ਮੈਂ ਹਰ ਸਾਲ ਆਪਣੇ ਸਕੂਲਾਂ ਦੇ ਪੈਸੇ ਦਿੰਦਾ। ਮੈਂ ਉਹ ਲੈਵੀ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਦ ਲੈਵੀ ਆਉਣੀ ਆ, ਕਦ ਸਾਡੇ ਜਾਨ ਮਾਲ ਦੀ ਸਾਡੀ ਰੱਖਿਆ ਚਾਹੀਦੀ ਹੈ। ਲੈਵੀ ਦਾ ਕੀ ਹੈ? ਇੱਕ ਖਰਚੇ ਦਾ ਵੀ ਸਮਝਾਇਓ। ਉਹ 500 ਮਿਲੀਅਨ ਦਾ ਇੱਕ ਸਲੋਗਨ ਸੀ, ਉਹ ਤਾਂ ਡਿਸਅਪੀਅਰ ਹੋ ਗਿਆ ਹਵਾ 'ਚ, ਮੈਨੂੰ ਕਿਤੇ ਨਹੀਂ ਸੁਣਦਾ ਉਹ 500 ਮਿਲੀਅਨ। ਹੁਣ ਇਲੈਕਸ਼ਨ ਇਜ਼ ਓਵਰ, ਸਲੋਗਨਸ ਆਰ ਓਵਰ, ਐਵਰੀਥਿੰਗ ਇਜ਼ ਓਵਰ। ਹੁਣ ਮੈਨੂੰ ਐਂ ਦੱਸਿਓ ਵੀ ਜਿਹੜੀ ਤੁਹਾਡਾ ਖਰਚਾ, ਕਹਿੰਦੇ ਮੈਂ ਸਰੀ ਪੁਲਿਸ ਤੇ ਤਾਂ ਖਰਚਾ ਹੀ ਬਹੁਤ ਹੋ ਜਾਣਾ, ਉਹ ਕਿੰਨਾ ਖਰਚਾ ਹੋ ਜਾਣਾ? ਖਾਸ ਖਰਚਾ ਕਿਵੇਂ ਤੁਹਾਡਾ ਵੱਧ ਜੂਗਾ ਆਰਸੀਐਮਪੀ ਨਾਲ? ਦੇਖੋ ਜੀ, $18 ਮਿਲੀਅਨ ਦਾ ਫਰਕ ਆ ਸਾਰਾ ਸਾਲ ਦੇ ਮਗਰ, ਆਪਰੇਸ਼ਨਲ ਜਿਹੜਾ ਫਰਕ ਆ। ਪਰ ਨਾਲ ਇਹ ਪੁੱਛਿਆ ਕਰੋ ਵੀ ਇਹ ਜਿਹੜੇ 18 ਮਿਲੀਅਨ ਦਾ ਫਰਕ ਹੈ, ਉਹਦੇ 'ਚ ਸਾਨੂੰ ਫਰਕ ਕੀ ਮਿਲੂਗਾ, ਸਰਵਿਸ 'ਚ ਫਰਕ ਕੀ ਮਿਲੂਗਾ। ਇਹ ਬਹੁਤ ਜ਼ਰੂਰੀ ਚੀਜ਼ ਹੈ। ਇਕੱਲੇ ਆਪਾਂ ਅੰਕੜੇ ਦੇ ਨਾਲ ਇਹ ਵੀ ਮੰਗ ਵੀ ਕਰੋ ਵੀ ਸਾਨੂੰ ਚੀਜ਼ ਵੀ ਡਿਫਰੈਂਟ ਚਾਹੀਦੀ ਆ, ਸਾਨੂੰ ਸਰਵਿਸ ਚਾਹੀਦੀ ਹੈ ਇਹਦੇ ਵਿੱਚ। ਸੋ ਇੱਕ ਤਾਂ ਇਹ ਫਰਕ ਹੁੰਦਾ। ਦੂਸਰਾ ਫਰਕ ਕੋਈ ਐਡਾ ਵੱਡਾ ਫਰਕ ਨਹੀਂ ਹੈਗਾ। ਹੁਣ ਇੱਕ ਇਹ ਬਹੁਤ ਵਾਰੀ ਗੱਲ ਚੱਲਦੀ ਕਿ ਸਾਨੂੰ ਜੀ ਫੈਡਰਲ ਯੂਨਿਟ ਦੇ ਵਿੱਚ 10% ਸਬਸਿਡੀ ਮਿਲਦੀ ਆ, ਪਰ ਇਹ ਨਹੀਂ ਪਤਾ ਵੀ ਉਹਦੇ ਨਾਲ ਇੱਕ ਸ਼ਰਤ ਵੀ ਆ ਵੀ 10% ਰੀਸੋਰਸ ਜਿਹੜੀ ਉਹ ਫੈਡਰਲ ਕਿਤੇ ਵੀ ਤੁਹਾਡੀ ਡਿਪਲੋਏ ਕਰ ਸਕਦੀ ਹੈ, ਲਿਜਾ ਸਕਦੀ ਹੈ। ਬਿਲਕੁਲ। ਸੋ ਸਰੀ ਦੇ ਰੀਸੋਰਸ ਜਿਹੜੇ ਹੈਗੇ ਉਹ ਕਿਤੇ ਵੀ ਲਿਜਾ ਸਕਦੇ। ਐਮਰਜੈਂਸੀ ਐਕਟ ਹੋ ਗਿਆ ਇਨਵੋਕ, ਚਲੋ ਜੀ ਆਓ ਵਾਪਸ। ਜੇ ਪੋਪ ਉੱਥੇ ਐਡਮਿੰਟਨ ਵਿਜ਼ਿਟ ਕਰ ਰਹੇ ਆ ਤਾਂ ਇੱਥੋਂ ਜਿਹੜੇ ਕਲੋਜ਼ ਪ੍ਰੋਟੈਕਸ਼ਨ ਵਾਲੇ ਮੁੰਡੇ ਉੱਥੇ ਜਾਣਗੇ। ਫਲੱਡਿੰਗ ਹੋ ਗਈ, ਉਹਨਾਂ ਨੇ ਉੱਥੇ ਡਿਪਲੋਏ ਕਰ ਦੇਣੇ। ਸੋ ਤੁਹਾਡੇ 10% ਰੀਸੋਰਸ ਆਰ ਆਲਵੇਜ਼ ਐਟ ਦ ਮਰਸੀ ਆਫ ਕਿਸੇ ਹੋਰ ਪ੍ਰੋਜੈਕਟਸ ਦੇ ਉੱਤੇ। ਸੋ ਇਹ ਇੱਕ ਲੈਣ ਦੇਣ ਹੁੰਦਾ। ਸੋ ਖਰਚਿਆਂ ਦੀ ਤਾਂ ਮੈਂ ਤੁਹਾਨੂੰ ਇਹ ਕਲੀਅਰ ਕਰਤੀ ਗੱਲ ਵੀ ਇਹਦਾ ਕੋਈ ਏਡਾ ਵੱਡਾ ਖਰਚਾ ਨਹੀਂ ਹੈਗਾ। ਪਰ ਹਾਂ, ਕੁਆਲਿਟੀ ਜ਼ਰੂਰ ਮੇਨਟੇਨ ਹੋਊਗੀ, ਕਿਉਂਕਿ ਲੋਕਲ ਅਕਾਊਂਟੇਬਿਲਿਟੀ ਬਹੁਤ ਵੱਡੀ ਚੀਜ਼ ਹੈ ਇਹਦੇ 'ਚ। ਲੋਕਲ ਪੁਲਿਸ ਆ, ਹਾਊ ਅਬਾਊਟ ਦਿਸ? 15,000 ਬੰਦਿਆਂ ਨੂੰ ਪਲੈਜ ਕਰਾ ਦਈਏ, ਜਿਹੜਾ 18 ਮਿਲੀਅਨ ਕਹਿੰਦੇ ਨੇ, $100 ਮਹੀਨੇ ਦਾ ਦਈਏ, 1200 ਹੋ ਗਿਆ। 1200 ਨੂੰ 15,000 ਨਾਲ ਗੁਣਾ ਕਰ ਦਿਓ, 18 ਮਿਲੀਅਨ ਹੋ ਗਿਆ। 15,000 ਬੰਦਿਆਂ ਦੀਆਂ ਗੱਡੀਆਂ 'ਤੇ ਸਟਿੱਕਰ ਜੇ 2 ਮਹੀਨੇ 'ਚ ਲਵਾ ਦਈਏ, 18 ਮਿਲੀਅਨ ਪੂਰਾ ਕਰ ਦਈਏ, ਫਿਰ ਗੱਲ ਖੜ ਜੂਗੀ। ਜੇ ਪੈਸਿਆਂ ਦੀ ਉਹ ਗੱਲ ਆ, ਮੈਂ ਮਤਲਬ ਇਹ ਐਗਜ਼ਾਮਪਲ ਦਿੱਤੀ। ਮੈਂ ਸਮਝ ਗਿਆ ਤੁਹਾਡੀ ਗੱਲ, ਮੈਂ ਕਦਰ ਕਰਦਾ ਜੀ ਤੁਹਾਡੀ ਇਸ ਇਮੋਸ਼ਨ ਦੀ ਜੀ। ਪਰ ਇੱਕ ਚੀਜ਼, ਇੱਕ ਮੈਂ ਹੋਰ ਵੀ ਧਿਆਨ ਥੋੜ੍ਹਾ ਦਿਵਾਉਣਾ ਚਾਹੁੰਦਾ ਇਸ ਗੱਲ ਨਾਲ, ਕਾਸਟ ਆਫ ਕ੍ਰਾਈਮ ਜੀ। ਜਿਹੜੀ ਇੱਕ ਹੋਮਸਾਈਡ ਹੁੰਦੀ ਹੈ, ਕੋਈ ਸ਼ਹਿਰ 'ਚ ਕਤਲ ਹੁੰਦਾ, ਕਿਉਂਕਿ ਮੈਂ ਉਹਨਾਂ ਫਾਈਲਾਂ ਦੇ ਗੈਂਗਸ ਤੇ ਵੀ ਕੰਮ, ਮਿਲੀਅਨ 2-2 ਮਿਲੀਅਨ ਖਰਚਾ ਆ ਜਾਂਦਾ ਕਈ ਜੀ। ਵਾਇਰ ਟੈਪ, ਸਰਵੇਲੈਂਸ, ਗੈਂਗ ਯੂਨਿਟਸ ਨੂੰ ਇੰਗੇਜ ਕਰਨਾ, ਉਹਦੀ ਇਨਵੈਸਟੀਗੇਸ਼ਨ ਕਰਨੀ। ਸੋ ਕਈ ਵਾਰੀ ਅਸੀਂ ਚੰਗੀ ਪੁਲਿਸਿੰਗ ਕਰਕੇ ਜੇ ਅਸੀਂ 2-3 ਹੋਮਸਾਈਡ ਵੀ ਪ੍ਰੀਵੈਂਟ ਕਰ ਲੀਆਂ ਜਾਂ ਹੋਰ ਕ੍ਰਾਈਮ ਘਟਾ ਲਿਆ, ਬਿਜ਼ਨਸ ਥਰਾਈਵ ਹੋਣੇ ਸ਼ੁਰੂ ਹੋ ਗਏ, ਤੁਹਾਡੀ ਕਮਿਊਨਿਟੀ ਵੈਲਨੈਸ ਵੱਧ ਗਈ, ਉਹਦੀ ਕੀਮਤ ਕੀ ਆ? ਬਿਲਕੁਲ।
ਸੋ ਤੁਹਾਡੇ ਸ਼ਹਿਰਾਂ ਦੀ ਜਿਹੜੀ ਕੀਮਤ ਵਧਣੀ, ਘਰਾਂ ਦੀ ਕੀਮਤ ਵਧਣੀ ਹੈ, ਡੇਂਜਰ। ਜੇ ਆਪਾਂ ਕ੍ਰਾਈਮ ਇੰਡੈਕਸ 'ਤੇ ਜੇ ਦੇਖੀਏ, ਜੇ ਸਾਡਾ ਸ਼ਹਿਰ ਪਹਿਲੇ ਨੰਬਰ 'ਤੇ ਆ ਗਿਆ ਜਾਂ ਆਉਣਾ ਆ, ਉਹਦੀ ਕੀ ਇੰਪਲੀਕੇਸ਼ਨਸ ਹੋਣੀਆਂ, ਤੇ ਜੇ ਅਸੀਂ ਉਹਨੂੰ ਸੁਧਾਰ ਕਰ ਲਈਏ ਤਾਂ ਕੀ ਹੋਣਾ। 5 ਮਿਲੀਅਨ ਦਾ ਘਰ 2.5 ਮਿਲੀਅਨ 'ਚ ਕਿਵੇਂ ਹੋਣਾ, 5 ਦਾ 55 ਲੱਖ ਦਾ ਕਿਵੇਂ ਹੋਣਾ। ਲੋਕਾਂ ਨੇ ਸੇਫ ਥਾਂ ਤੇ ਮੂਵ ਹੋਣਾ, ਸੇਫ ਥਾਂ ਤੇ ਬਿਜ਼ਨਸ ਥਰਾਈਵ ਕਰਨੇ ਆ। ਤੁਸੀਂ ਹੁਣ ਆਪਣੇ ਬੱਚਿਆਂ ਦੀ ਐਗਜ਼ਾਮਪਲ ਦਿੱਤੀ, ਕਿਉਂ ਅਸੀਂ ਚਾਹੁੰਦੇ ਇਹੀ ਸਕੂਲਾਂ ਨੂੰ ਅਸੀਂ ਇੰਨਾ ਵਧੀਆ ਬਣਾ ਦਈਏ, ਬਿਲਕੁਲ ਇਹੀ ਕਮਿਊਨਿਟੀ ਨੂੰ ਇੰਨਾ ਵਧੀਆ ਬਣਾ ਦਈਏ, ਪਾਰਕਸ ਜਾਣ ਤੋਂ ਸਾਨੂੰ ਬੱਚੇ ਨੂੰ ਡਰ ਨਾ ਲੱਗੇ। ਸੋ ਉਹਦੀ ਕੋਈ ਕੀਮਤ ਨਹੀਂ। ਇੱਕ ਖੋਸਾ ਸਾਹਿਬ, ਮੈਂ ਪਰਸੋਂ ਗੱਲ ਕੀਤੀ ਬ੍ਰੀਚ ਆਫ ਟਰਸਟ ਦੀ। ਅਫਸਰ ਅੰਦਰੋਂ ਵਰਦੀ ਪਾ ਕੇ ਨਿਕਲਦਾ, ਮੈਂ ਤੁਹਾਡੀ ਗੱਡੀ ਦੇਖ ਲਵਾਂ, ਮੈਨੂੰ ਕੋਈ ਸਟੈਬ ਕਰ ਰਿਹਾ ਤੇ ਮੈਨੂੰ ਗੱਡੀ ਦਿਖ ਜਾਵੇ, ਮੈਂ ਹਾਕਾਂ ਮਾਰਨੀਆਂ ਵੀ ਪੁਲਿਸ ਦੀ ਗੱਡੀ ਆ ਗਈ, ਮੈਨੂੰ ਬਚਾਓ, ਤੇ ਅਫਸਰ ਨੇ ਨਿਕਲ ਕੇ ਮੈਨੂੰ ਪ੍ਰੋਟੈਕਟ ਕਰਨਾ। ਦੁਨੀਆ ਦੇ ਵਿੱਚ ਅਮਰੀਕਾ ਦਾ ਡਾਲਰ ਸਭ ਤੋਂ ਸੁਰੱਖਿਅਤ ਆ। ਕਾਰਨ, ਕਿਤੇ ਬੰਬ ਬਲਾਸਟ ਹੁੰਦਾ, ਅਮਰੀਕਨ ਡਾਲਰ ਦੂਜੇ ਦਿਨ ਅੱਪ ਜਾਂਦਾ। ਅਗਲਾ ਲੋਕਾਂ ਨੂੰ ਪਤਾ ਵੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਵਨ ਆਫ ਦਾ ਪਾਵਰਫੁਲ ਕੰਟਰੀ ਆ, ਇਹਦੀ ਕਰੰਸੀ ਕਦੇ ਡਾਊਨ ਨਹੀਂ ਜਾਣੀ। ਬੱਚਾ ਮੈਂ ਡੇ ਕੇਅਰ 'ਚ ਛੱਡ ਕੇ ਜਾਂਦਾ, ਲਖਤੇ ਜਿਗਰ, ਤੇ ਮੈਂ 7 ਘੰਟੇ ਬਾਅਦ ਉਹਨੂੰ ਲੈ ਕੇ ਜਾਣਾ। ਉਹ 7 ਘੰਟੇ ਦਾ ਮੇਰਾ ਟਰਸਟ ਆ ਵੀ ਮੇਰਾ ਬੱਚਾ ਉਹ ਕੇਅਰ ਕਰੂ। ਦੁੱਧ ਦੀ ਗੈਲਨ ਲੈ ਕੇ ਆਉਂਦਾ, ਮੈਨੂੰ ਪਤਾ ਵੀ ਇਹਦੇ ਵਿੱਚ ਯੂਰੀਆ ਨਹੀਂ ਘੋਲਿਆ ਹੋਇਆ, ਇਹ ਸਾਡਾ ਕੈਨੇਡੀਅਨ ਮਿਲਕ ਹੈ। ਇਹ ਬ੍ਰੀਚ ਆਫ ਟਰਸਟ ਨਹੀਂ ਹੈ ਕਿ ਇੱਕ ਪੁਲਿਸ ਬਣੇ, ਪੁਲਿਸ ਨੂੰ ਸੂਬਾ ਜਿਹੜਾ ਯੈਸ ਕਰੇ, ਸੋਲਿਸਿਟਰ ਜਨਰਲ ਯੈਸ ਕਰੇ, ਤੇ ਪੋਲੀਟੀਕਲ ਰਾਈਵਲੀ ਕੋਈ ਆ ਕੇ ਹਰ 4 ਸਾਲ ਬਾਅਦ ਇਹ ਕਹਿ ਦੇਵੇ ਮੈਨੂੰ ਤਾਂ ਆਹ ਪੁਲਿਸ ਚਾਹੀਦਾ। ਮੈਨੂੰ ਇਹ ਜਦ ਟਰਸਟ ਬ੍ਰੀਚ ਹੋ ਗਿਆ, ਲੋਕ ਜਾਣਗੇ ਕਿੱਧਰ। ਮਾਣ ਨਹੀਂ ਹੋਣਾ ਚਾਹੀਦਾ, ਭਰੋਸਾ ਨਹੀਂ ਹੋਣਾ ਚਾਹੀਦਾ। ਬਿਲਕੁਲ। ਨਾਲੇ ਉਹ ਇਹ ਜਿਹੜੀ ਗ੍ਰੀਨ ਲਾਈਟ ਜਿਹੜੀ ਦਿੱਤੀ ਗਈ ਸੀ ਨਾ, ਕੋਈ ਇਉਂ ਨਹੀਂ ਦਿੱਤੀ ਵੀ ਕੋਈ ਨਾਟਕ ਥੋੜਾ ਇਹ ਯਾਰ, ਪੁਲਿਸ ਫੋਰਸ ਹੈ ਇਹ, ਐਸਟੈਬਲਿਸ਼ ਕ੍ਰੈਡੀਟਡ ਪੁਲਿਸ ਏਜੰਸੀ ਹੈ, ਔਰ ਮੈਂ ਜਿਵੇਂ ਗੱਲ ਕਰਕੇ ਸੈਕੰਡ ਲਾਰਜੈਸਟ ਪੁਲਿਸ ਏਜੰਸੀ ਬਣ ਚੁੱਕੀ ਹੈ ਜੀ। ਹੁਣ ਜੇ ਤੁਸੀਂ ਆਪਾਂ ਨੰਬਰਸ ਦੀ ਦੇਖੀਏ, ਗੱਲ ਕਰੀਏ, ਤਾਂ ਜਿਹੜੀ ਆ ਕਾਉਂਸਲ ਰਿਪੋਰਟ ਹੁਣ ਗਈ ਸੀ, ਮੇਰੇ ਨੰਬਰ ਨਹੀਂ ਹੈਗੇ ਉਹ, ਸੋ ਆਈ ਕੈਂਟ ਗਿਵ ਦ ਨੰਬਰਸ ਵੀ RCMP ਕੋਲ ਕਿੰਨੇ ਨੰਬਰ ਆ। ਪਰ ਜੇ ਆਪਾਂ ਮੋਟਾ ਜਿਹਾ ਹਿਸਾਬ ਲਾ ਕੇ ਦੇਖੀਏ, 734 ਨੰਬਰ ਅਪਰੂਵਡ ਨੰਬਰ ਕਿਹਾ ਗਿਆ, 190 ਆਪਾਂ ਹੁਣ ਪਾ ਦੇਣੇ, 154 ਪਾਏ, 35 ਹੋਰ ਜਾਣ ਨੂੰ ਸਾਡੇ ਤਿਆਰ ਬੈਠੇ। ਸੋ ਕੁਐਸਚਨ ਇਹ ਬਣਦਾ ਵੀ ਕਿੰਨੇ ਨੰਬਰਸ ਤੇ ਆਪਾਂ ਆਪਰੇਟ ਕਰ ਰਹੇ ਸੀ ਸਰ ਜੀ। ਸੋ ਦੈਟ ਇਜ਼ ਅ ਕੁਐਸਚਨ ਦੈਟ ਵੀ ਹੈਵ ਟੂ, ਲਾਈਕ ਜਿਹੜੇ ਇਹ ਚੀਜ਼ਾਂ ਹੈਗੀਆਂ। ਫਿਰ ਉੱਥੇ ਗੱਲ ਆ ਜਾਂਦੀ, ਹਾਊ ਕੈਨ ਵੀ ਡੂ ਮੋਰ ਵਿਦ ਲੈਸ ਜੀ। ਸੋ ਕੁਆਲਿਟੀ 'ਤੇ ਧਿਆਨ ਦੇਣਾ ਪੈਣਾ ਕਿ ਕਮਿਊਨਿਟੀ ਵੈਲਨੈਸ ਕਿਵੇਂ ਵਧਾਈਏ, ਕਿਵੇਂ ਸਾਡੀ ਜਿਹੜੀ ਰੈਪਰੈਜ਼ੈਂਟੇਸ਼ਨ ਇਸ ਪੁਲਿਸ 'ਚ ਕਿਵੇਂ ਵਧੇ। ਹੁਣ ਪਿਛਲੀ ਵਾਰੀ ਮੈਂ ਗੱਲ ਕਰਦਾ ਸੀ, ਕਹਿੰਦੇ ਜੀ ਪੰਜਾਬ ਪੁਲਿਸ ਨਾ ਬਣ ਜੇ, ਆ ਨਾ ਬਣ ਜੇ। ਉਹ ਮੈਂ ਕਿਹਾ ਤੁਸੀਂ ਆਪਣੇ ਬੱਚਿਆਂ ਨੂੰ ਇਨਕਰੇਜ ਕਰਿਆ ਕਰੋ ਵੀ ਸਾਡੇ ਬੱਚੇ ਨੌਜਵਾਨ ਇਸ ਪੁਲਿਸ ਸਰਵਿਸ ਦੇ ਵਿੱਚ ਜਾਣ, ਕੁੜੀਆਂ ਮੁੰਡੇ, ਸਾਡੀ ਰੈਪਰੈਜ਼ੈਂਟੇਸ਼ਨ ਹੋਵੇ। ਬਿਲਕੁਲ। ਜਿੰਨਾ ਚਿਰ ਅਸੀਂ ਡਿਸੀਜਨ ਮੇਕਿੰਗ ਟੇਬਲ 'ਤੇ ਨਹੀਂ ਬਹਿੰਦੇ, ਸਾਡੀ ਰੈਪਰੈਜ਼ੈਂਟੇਸ਼ਨ ਹੈ ਨਹੀਂ, ਸਾਡੀ ਸਮਝ ਕਿਵੇਂ ਲੱਗੂਗੀ ਪੁਲਿਸ ਨੂੰ। ਸੋ ਇਟਸ ਵੈਰੀ ਇੰਪੋਰਟੈਂਟ ਐਂਡ ਆਮ ਵੈਰੀ ਹੈਪੀ ਵੀ ਸਾਰੀ ਪੁਲਿਸ ਸਰਵਿਸ ਉਧਰ ਨੂੰ ਤੁਰ ਰਹੀ ਆ। ਮੇਰੀ ਨੇਬਰਹੁੱਡ 'ਚ ਜੰਮਿਆ ਪਲਿਆ ਬੱਚਾ ਮੇਰੇ ਬੱਚਿਆਂ ਦੇ ਬਰਾਬਰ ਗਿਆ ਹੋਇਆ, ਉਹਨੂੰ ਪਤਾ ਹੈ ਆਹ ਘਰ 'ਚ ਕੌਣ ਰਹਿੰਦਾ, ਆਹ ਬੱਚੇ ਦਾ ਕੀ ਸ਼ੌਕ ਆ। ਨੋਵਾ ਸਕੋਸ਼ੀਆ 'ਚੋਂ ਇੱਕ ਜਵਾਨ ਹੋ ਕੇ RCMP ਅਫੀਸਰ ਆਇਆ, ਉਹਨੂੰ ਮੇਰੇ ਬੁਲੇਵਰਡ ਦਾ ਨਹੀਂ ਪਤਾ। ਮੈਂ ਉਹ ਪੁਲਿਸ ਦੇ ਖਿਲਾਫ ਨਹੀਂ, ਅਸੀਂ ਸਤਿਕਾਰ ਦਿੰਦੇ ਹਾਂ, ਮੈਂ ਫੇਰ ਮੁੜ ਕੇ ਕਹਿਣਾ। ਪਰ ਸਾਰੇ ਦੇਸ਼ ਦੇ ਵਿੱਚ ਅਜਿਹਾ ਪੁਲਿਸ ਮਾਡਲ ਕੋਈ ਨਹੀਂ ਵੀ ਜਿੱਥੇ 6-7 ਲੱਖ ਦੀ ਵਸੋਂ ਵਾਲੇ ਸ਼ਹਿਰ 'ਚ RCMP ਹੋਵੇ। ਇਕੱਲੇ ਸਰੀ ਦੇ ਵਿੱਚ ਇਸ ਨੂੰ ਪੋਲੀਟੀਕਲ ਫੁੱਟਬਾਲ ਕਿਉਂ ਬਣਾਇਆ ਜਾ ਰਿਹਾ ਜੀ? ਇਟਸ ਵੈਰੀ ਅਨਫੋਰਚੂਨੇਟ। ਹੁਣ ਇਹ ਵੀ ਇੱਕ ਸਵਾਲ ਉੱਠਦਾ, ਮੈਂ ਕਿਉਂਕਿ ਮੇਰੇ ਦਿਮਾਗ 'ਚ ਸਵਾਲ ਆ ਰਹੇ ਜਿਹੜੇ ਲੋਕ ਆਮ ਪੁੱਛਦੇ ਹੁੰਦੇ ਆ ਜੀ, ਕਹਿੰਦੇ ਜੇ ਸਰੀ RCMP ਤੋਂ ਹੀ ਬੰਦੇ ਤੁਹਾਡੇ ਤੁਸੀਂ ਆਏ ਹੈਗੇ 50% ਜਾਂ 40%, ਤੇ ਫਿਰ ਫਰਕ ਕੀ ਰਿਹਾ? ਫਰਕ ਹੈਗਾ ਮਾਡਲ ਦਾ। ਬਿਲਕੁਲ। ਪੁਲਿਸ ਆਫਿਸਰ ਦਾ ਜਦੋਂ ਵਰਦੀ ਪਾਉਂਦਾ ਉਹਨੇ ਸਰਵ ਕਰਨਾ, ਠੀਕ, ਪਰ ਮਾਡਲ ਦਾ ਫਰਕ ਹੈ। ਅੱਜ ਆਪਾਂ ਇਸ ਸਟੇਸ਼ਨ ਦੇ ਵਿੱਚ ਬੈਠੇ ਹਾਂ, ਤੁਸੀਂ ਕੰਮ ਕਰ ਰਹੇ ਹੋ ਜੀ, ਜੇ ਤੁਸੀਂ ਕਿਤੇ ਹੋਰ ਕੰਮ ਕਰਨਾ ਹੋਵੇ ਤੁਸੀਂ ਉੱਥੋਂ ਦੇ ਹਿਸਾਬ ਨਾਲ ਢਲੋਗੇ। ਬਿਲਕੁਲ। ਸੋ ਜਿਹੜਾ ਮਾਡਲ ਹੈਗਾ ਉਹ ਬਹੁਤ ਜ਼ਰੂਰੀ ਹੈ। ਜੌਬ ਇਜ਼ ਜੌਬ, ਪਰ ਜੋ ਤੁਸੀਂ ਸਿਸਟਮ ਕ੍ਰੀਏਟ ਕਰਨਾ, ਜਦੋਂ ਚੀਫ ਨੇ ਕਿਹਾ ਵੀ ਜਾਂ ਬੋਰਡ ਨੇ ਕਿਹਾ ਅਸੀਂ ਕਮਿਊਨਿਟੀ ਬੇਸਡ ਪੁਲਿਸਿੰਗ ਮਾਡਲ ਚਾਹੁੰਦੇ ਹਾਂ, ਤੁਹਾਡੀ ਅਪਰੇਜ਼ਲ ਵੀ ਇਸ ਹਿਸਾਬ ਨਾਲ ਹੋਣੀ ਹੈ, ਐਕੁਇਟੀ ਡਾਇਵਰਸਿਟੀ ਲੈਂਸ ਅਸੀਂ ਅਪਲਾਈ ਕਰਨਾ ਹਰ ਚੀਜ਼ ਤੇ, ਪ੍ਰਮੋਸ਼ਨਲ ਓਪਰਚੁਨਿਟੀਜ਼ ਤੇ, ਹਰ ਚੀਜ਼ ਦੇ ਉੱਤੇ ਪਰਫਾਰਮੈਂਸ ਤੇ ਥੋੜ੍ਹੀ ਫਰਕ ਪੈਂਦਾ। ਕਿਵੇਂ ਤੁਸੀਂ ਕਮਿਊਨਿਟੀ ਨਾਲ ਵਿਚਰਦੇ ਆ, ਉਹੋ ਜਿਹੀਆਂ ਤੁਹਾਨੂੰ ਓਪਰਚੁਨਿਟੀਜ਼ ਮਿਲਦੀਆਂ, ਔਰ ਉਹ ਲੋਕ ਉਹਨਾਂ ਯੂਨਿਟ ਦੇ ਵਿੱਚ ਜਾਣਗੇ ਜਿਨ੍ਹਾਂ ਦਾ ਦਿਲ ਆ ਉਹ ਕੰਮ ਕਰਨ। ਜੇ ਪੁਲਿਸ ਫੋਰਸ ਖੋਸਾ ਜੀ ਪਾਰਦਰਸ਼ੀ ਨਹੀਂ, ਤਾਂ ਫਿਰ ਪਾਰਦਰਸ਼ੀ ਕੌਣ ਹੈ? ਤੁਸੀਂ ਦੱਸ ਰਹੇ ਹੋ ਸਾਡੇ ਇੰਨੇ ਅਫਸਰ ਨੇ, ਇੰਨੇ ਹਾਇਰ ਕੀਤੇ, ਇੰਨੇ ਔਨ ਦਾ ਰੋਡ ਨੇ। ਦੂਜੇ ਬੰਨੇ ਸਰੀ RCMP ਇਹ ਨਹੀਂ ਦੱਸ ਰਹੀ ਸਾਡੇ ਕਿੰਨੇ ਅਫਸਰ ਨੇ, ਕਿੰਨੇ ਵਰਦੀ 'ਚ ਨੇ, ਕਿੰਨੇ ਸੜਕ 'ਤੇ ਨੇ। ਇਹ ਹੁਣ ਕਿਵੇਂ ਪਤਾ ਲੱਗ ਸਕਦਾ ਜੀ ਸਾਨੂੰ? ਕੋਈ ਪ੍ਰੋਟੋਕੋਲ ਹੈ ਇਹਦਾ, ਜਾਂ ਫਿਰ ਉਹ ਕਮਿਸ਼ਨਰ ਦੇ ਹੱਥ 'ਚ ਹੈ ਜੀ? ਉਹਨਾਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਪਰ ਪਾਰਦਰਸ਼ੀ ਇਹਦੇ 'ਚ ਨੰਬਰ ਲੁਕਾਉਣ ਵਾਲੀ ਗੱਲ ਹੀ ਨਹੀਂ ਕੋਈ। ਤੁਸੀਂ ਪੇ ਕਰ ਰਹੇ ਹੋ ਜੀ, ਸਾਡੀਆਂ ਜੌਬਾਂ ਦਾ ਤੁਸੀਂ ਪੇ ਕਰ ਰਹੇ ਹੋ, ਤੁਹਾਡਾ ਹੱਕ ਬਣਦਾ ਪੁੱਛਣ ਦਾ ਵੀ ਇੱਥੇ ਸਾਰੀ ਪੁਲਿਸ ਸਰਵਿਸ ਕਿੰਨੇ ਤੁਸੀਂ ਭਰਤੀ ਕੀਤੇ ਜੀ, ਔਰ ਜਿਹੜੇ ਨਹੀਂ ਵੀ ਡਿਪਲੋਏ ਹੋਏ 154 ਆਪਾਂ ਡਿਪਲੋਏ ਕੀਤੇ, 35 ਹੋਰ ਜਾ ਰਹੇ। ਤੁਸੀਂ ਮੈਨੂੰ ਕੱਲੇ ਅਫਸਰ ਦਾ ਪੁੱਛ ਲਓ ਵੀ ਜਿਹੜੇ ਨਹੀਂ ਡਿਪਲੋਏ ਹੋਏ ਉਹ ਕੀ ਕਰ ਰਹੇ ਆ।
ਵਿਲੇ ਨਹੀਂ ਬੈਠੇ, ਉਹ ਵੀ ਦੱਸ ਦੂੰਗਾ ਵੀ ਟ੍ਰੇਨਿੰਗ ਸੈਕਸ਼ਨ 'ਚ ਇੰਨੇ ਬੈਠੇ ਆ, ਆਪਣੇ ਜਿਹੜੀ ਪਾਲਿਸੀ ਐਡਮਿਨਿਸਟ੍ਰੇਸ਼ਨ 'ਚ ਇੰਨੇ ਬੈਠੇ ਆ, ਤੇ ਰਿਕਰੂਟਿੰਗ 'ਚ ਇੰਨੇ ਲੋਕ ਹੈਗੇ ਆ। ਸੋ ਉਹ ਇੰਜਣ ਕਹਿ ਦਿੰਦੇ ਆ, ਉਹ ਬੇਸ ਬਣਾ ਰਹੇ ਇਹ ਆਰਗੇਨਾਈਜੇਸ਼ਨ ਦਾ। ਸੋ ਹਰ ਇਨਸਾਨ ਜਿਹੜਾ ਇੱਥੇ ਭਰਤੀ ਹੋਇਆ ਉਹ ਕੁਝ ਨਾ ਕੋਈ ਕੰਮ ਬਹੁਤ ਮਿਹਨਤ ਨਾਲ ਕਰ ਰਿਹਾ। ਸੋ ਇਹਦੇ 'ਚ ਕੀ ਲੁਕੋ ਹੋ ਸਕਦਾ ਦੱਸਣ 'ਚ ਲੋਕਾਂ ਨੂੰ। ਰਿਕਰੂਟਮੈਂਟ ਸਰੀ ਪੁਲਿਸ ਸਰਵਿਸ ਦੀ ਠੀਕ ਹੋ ਰਹੀ ਹੈ, ਲੋਕ ਅਪਲਾਈ ਕਰ ਰਹੇ ਨੇ, ਤੇ ਜਸਟਿਸ ਇੰਸਟੀਚਿਊਟ ਤੋਂ ਤੁਹਾਡੀ ਟ੍ਰੇਨਿੰਗ ਠੀਕ ਚੱਲ ਰਹੀ ਹੈ? ਬਿਲਕੁਲ ਜੀ। ਇਨਫੈਕਟ ਵੀ ਇੰਨਾ ਉਤਸ਼ਾਹ ਸੀ ਐਤਕੀ ਨੌਜਵਾਨ ਮੁੰਡੇ ਕੁੜੀਆਂ 'ਚ ਵੀ 4 ਕਿ 5 ਪੰਜਾਬੀ ਕੁੜੀਆਂ ਨੇ, ਆਈ ਥਿੰਕ 4 ਤਾਂ ਹੋ ਵੀ ਗਈਆਂ ਭਰਤੀ ਹੋ। ਵਾਹ। ਤੇ ਬੜਾ ਆਪਾਂ ਅੱਗੇ ਵੀ ਰੇਡੀਓ ਤੇ ਗੱਲ ਕਰਦੇ ਹੁੰਦੇ ਸੀ ਵੀ ਪੇਰੈਂਟਸ ਬੱਚੀਆਂ ਨੂੰ ਜ਼ਰੂਰ ਇਨਕਰੇਜ ਕਰਨ, ਮੁੰਡਿਆਂ ਨੂੰ ਤਾਂ ਕਰਨ ਕੁੜੀਆਂ ਨੂੰ ਵੀ ਕਰਨ, ਕਿਉਂਕਿ ਅਸੀਂ ਉਹ ਰੈਪਰੈਜ਼ੈਂਟੇਸ਼ਨ ਵੀ ਚਾਹੁੰਦੇ ਹਾਂ ਅੱਗੇ ਆਵੇ। ਸੋ ਇਹ ਬੜੀ ਵਧੀਆ ਚੱਲ ਰਹੀ। 550 ਦੇ ਕਰੀਬ ਆਪਾਂ ਨੂੰ ਐਪਲੀਕੇਸ਼ਨਸ ਆਈਆਂ ਸੀ 14 ਸਪੌਟਸ ਦੇ ਲਈ। ਕਮਾਲ। ਐਂਡ ਆਮ ਸੁਪਰ ਹੈਪੀ। ਔਰ ਜਿਹੜੇ ਨਹੀਂ ਵੀ ਸਕਸੈਸਫੁਲ ਹੋਣਗੇ ਉਹ ਪ੍ਰੋਸੈਸ ਦੇ ਵਿੱਚੋਂ ਜਾ ਕੇ ਕੁਝ ਸਿੱਖਣਗੇ, ਫਿਰ ਅਗਲੀ ਵਾਰੀ ਅਪਲਾਈ ਕਰਨਗੇ, ਕਿਉਂਕਿ ਇਟ ਵਿਲ ਬੀ ਆਨਗੋਇੰਗ ਪ੍ਰੋਸੈਸ ਐਂਡ ਵੀਆਰ ਮੈਂਟਰਿੰਗ ਪੀਪਲ ਇਨ दैट। ਤੇ ਕਿੰਨੇ ਸਾਲਾਂ ਦੇ ਵਿੱਚ 800 ਤੱਕ ਪਹੁੰਚਣਾ ਹੈ, ਇਹਦਾ ਕੋਈ ਆਪਣਾ ਟੈਂਪਲੇਟ ਸੈੱਟ ਕੀਤੀ ਹੋਈ ਹੈ? ਇਹਦਾ ਐਗਜ਼ੈਕਟ ਫਿਗਰ ਨਹੀਂ ਹੈਗਾ, ਕਿਉਂਕਿ ਜਿਹੜੀ HR ਪਲਾਨ ਇਹ ਮਈ 2023 ਤੱਕ ਬਣੀ ਹੋਈ ਸੀ ਆਪਣੀ, ਤੇ ਉਸ ਤੋਂ ਫਿਰ ਰਿਨਿਊ ਹੋਣੀ ਹੈ। ਸੋ ਪਰ ਬਿਕਾਜ਼ ਹੁਣ ਸਾਰਾ ਜਿਹੜਾ ਇੱਕ ਤਰ੍ਹਾਂ ਨਾਲ ਇੱਕ ਪੋਲੀਟੀਕਲ ਜੋ ਚੱਲ ਰਿਹਾ ਇੱਥੇ ਹੁਣ, ਉਹਦੇ ਕਰਕੇ ਹੁਣ ਅਸੀਂ ਆਲ ਵੇਟ ਅਨਸਰਟਨਟੀ ਜਿਹੜੀ ਉਹ ਵੇਟ ਕਰ ਰਹੇ ਹਾਂ ਵੀ ਪ੍ਰੋਮਿਸ ਦਾ ਕੀ ਜਵਾਬ ਆਉਂਦਾ। ਕਮਿਊਨਿਟੀ ਅਖੀਰ ਦੇ ਵਿੱਚ ਕਹਿੰਦੀ ਹੈ ਜੀ ਤੁਸੀਂ ਸਾਨੂੰ ਦੱਸਿਆ ਨਹੀਂ। ਦੁਨੀਆ 'ਚ ਕਿਤੇ ਵੀ ਮੁਸ਼ਕਲ ਪੈਂਦੀ ਹੈ, ਜਦ ਕਮਿਊਨਿਟੀ ਨੂੰ ਕਹਿੰਦੇ ਆ ਵੀ ਯਾਰ ਤੁਸੀਂ ਖੜੇ ਨੇ, ਉਹ ਕਹਿੰਦੇ ਤੁਸੀਂ ਦੱਸਦੇ ਨਹੀਂ। ਹੁਣ ਤੁਸੀਂ ਅਖੀਰ ਦੇ ਵਿੱਚ ਇਹ ਦੱਸ ਕੇ ਜਾਓ ਵੀ ਜੇ ਕਮਿਊਨਿਟੀ ਦੇ ਵਿੱਚ ਜਿਹੜੀ ਕਮਿਊਨਿਟੀ ਸਰੀ ਪੁਲਿਸ ਸਰਵਿਸਿਜ਼ ਦੇ ਹੱਕ 'ਚ, ਉਹ ਉਹਨਾਂ ਦਾ ਲਾਈਨ ਆਫ ਐਕਸ਼ਨ ਕੀ ਹੋਣਾ ਚਾਹੀਦਾ, ਉਹ ਕੀ ਕਰਨ? ਦੇਖੋ, ਮੈਂ ਅਗੇਨ ਆਈ ਕੈਨਟ ਮੋਟੀਵੇਟ ਪੋਲੀਟੀਕਲੀ, ਪਰ ਇਹ ਜ਼ਰੂਰ ਕਹੂੰਗਾ ਕਿ ਜਦੋਂ ਆਪਾਂ ਜਿਵੇਂ ਮੰਨ ਲਓ ਕਿਸੇ ਵੀ ਏਰੀਆ ਦੇ ਵਿੱਚ ਰਹਿੰਦੇ ਆ, ਆਪਣੇ MLA MPs ਹੈਗੇ ਆ, ਉਹਨਾਂ ਦੀ ਇੱਕ ਜੌਬ ਹੈਗੀ ਹੈ ਜੀ। ਸੋ ਸਰਕਾਰੀ ਦਰਬਾਰੇ ਤੁਹਾਡਾ ਮੈਸੇਜ ਲੈ ਕੇ ਜਾਣਾ ਜੀ। ਉਹਨਾਂ ਨੂੰ ਮੈਸੇਜ ਤੁਸੀਂ ਈਮੇਲ ਥਰੂ ਵੀ ਪਹੁੰਚਾ ਸਕਦੇ ਹੋ, ਫੋਨ ਵੀ ਕਰ ਸਕਦੇ ਹੋ। ਆਪਣਾ ਜੋ ਵੀ ਤੁਹਾਡੀ ਦਿਲ ਦੀ ਖਾਸ਼ ਹੈਗੀ, ਚਾਹੇ ਉਹ ਸਰੀ ਪੁਲਿਸ ਸਰਵਿਸ ਰੱਖਣ ਦੀ ਹੋਵੇ, ਚਾਹੇ ਨਾ ਰੱਖਣ ਦੀ ਹੋਵੇ, ਜੀ ਜੀ, ਯੂ ਸ਼ੁੱਡ ਬੀ ਏਬਲ ਟੂ ਐਕਸਪ੍ਰੈਸ ਇਟ, ਤੇ ਉਹ ਜ਼ਰੂਰ ਕਰਿਆ ਕਰੋ। ਤੇ ਬਾਕੀ ਜਦੋਂ ਇਹ ਸਕਸੈਸਫੁਲ ਹੋ ਵੀ ਜਾਂਦਾ ਸਾਰਾ ਪ੍ਰੋਜੈਕਟ, ਕਮਿਊਨਿਟੀ ਦਾ ਸਾਥ ਤਾਂ ਇਸੇ ਤਰ੍ਹਾਂ ਤੁਹਾਡੀ ਬਾਂਹ ਅਸੀਂ ਫੜ ਕੇ ਰੱਖਣੀ ਆ, ਤੇ ਸਾਨੂੰ ਤੁਸੀਂ ਅਕਾਊਂਟੇਬਲ ਰੱਖਣਾ। ਦੋਨੇ ਪਾਸੇ ਜ਼ਰੂਰੀ ਹੈ। ਜ਼ਿੰਮੇਵਾਰੀ ਸਾਡੇ 'ਤੇ ਵੀ ਉਨੀ ਪਾ ਕੇ ਰੱਖਿਓ ਵੀ ਅਸੀਂ ਵੀ ਮਸਟ ਪਰਫਾਰਮ। SPS ਦੀ ਕੋਈ ਪਲੈਜਿੰਗ ਜਿਹੜੀ ਹੈ, ਜੇ ਕਮਿਊਨਿਟੀ ਪਲੈਜ ਕਰਨਾ ਚਾਹੁੰਦੀ ਹੈ SPS ਦਾ, ਕੁਛ ਇਹੋ ਜਿਹਾ ਹੈ ਸਿਸਟਮ ਜਿੱਥੇ ਕਮਿਊਨਿਟੀ ਦੱਸੇ ਵੀ ਹਾਂ ਆਹ ਖੜੇ ਹਾਂ ਅਸੀਂ? ਇਹੋ ਜਿਹਾ ਤਾਂ ਨਹੀਂ ਕੁਛ ਹੈ ਉਹਦੇ 'ਚ ਕਿਤੇ? ਕੋਈ ਪੁਲਿਸ ਵੱਲੋਂ ਕੁਝ ਨਹੀਂ ਹੈਗਾ, ਕਮਿਊਨਿਟੀ ਆਪਣੇ ਤੌਰ ਤੇ ਕੋਈ ਟਾਊਨ ਹਾਲ ਕਰ ਲਵੇ, ਕੁਝ ਕਰ ਲਵੇ। ਐਬਸੋਲੂਟਲੀ। ਐਂਡ ਸਾਡੇ ਕੋਲੋਂ ਜੇ ਕੋਈ ਜਾਣਕਾਰੀ ਚਾਹੀਦੀ ਹੈ ਕਿਸੇ ਵੀ ਟਾਊਨ ਹਾਲ ਦੇ ਵਿੱਚ, ਕਿਉਂਕਿ ਮੈਂ ਹਮੇਸ਼ਾ ਇਹ ਪ੍ਰੋਮਿਸ ਕੀਤਾ ਸੀ ਕਿ ਵੀ ਵਿਲ ਆਲਵੇਜ਼ ਬੀ ਅਪ ਫਰੰਟ ਵਿਦ ਇਨਫੋਰਮੇਸ਼ਨ ਜੋ ਵੀ ਹੈਗੀ ਹੈ, ਕਿਤੇ ਵੀ ਚਾਹੀਦੀ ਸਾਨੂੰ ਆਵਾਜ਼ ਮਾਰੋ, ਜ਼ਰੂਰ ਆਵਾਂਗੇ। ਕੋਈ ਇਹੋ ਜਿਹਾ ਸਵਾਲ ਜਿਹੜਾ ਨਾ ਪੁੱਛਿਆ ਹੋਵੇ? ਮੈਨੂੰ ਪਤਾ ਤੁਸੀਂ 45 ਤੇ ਜਾਣਾ ਤੇ 30 ਸੈਕਿੰਡ ਨੇ, ਔਨ ਟਾਈਮ ਹੈ, ਕੁਛ ਹੋਰ ਅਖੀਰ 'ਚ ਕਹਿਣਾ ਚਾਹੋ? ਦੇਖੋ, ਮੈਂ ਇਹੀ ਕਹਿਣਾ ਕਿ ਜਿੰਨੇ ਵੀ ਪ੍ਰੋਸੈਸ ਲਰਨ ਕਰੋ, ਸਿੱਖੋ। ਸਕੂਲਾਂ ਦੇ ਵਿੱਚ ਕੀ ਸਿਸਟਮ ਚੱਲਦਾ ਹੈ, ਪੇਰੈਂਟਸ ਦੇ ਕੀ ਰੋਲ ਹੈਗੇ ਆ, ਜੋ ਇਹ ਮੰਦਭਾਗੀ ਘਟਨਾ ਵਾਪਰੀ ਹੈ ਵੀ ਆਪਾਂ ਦੁਬਾਰਾ ਨਾ ਹੋਵੇ, ਸਾਡੇ ਕਮਿਊਨਿਟੀ ਦੇ ਵਿੱਚ ਸਾਡੇ ਹੀ ਮਰ ਰਹੇ ਆ। ਸੋ ਵੀ ਨੀਡ ਟੂ ਚੇਂਜ, ਸੋ ਸਮਥਿੰਗ ਹੈਜ਼ ਟੂ ਚੇਂਜ, ਤੇ ਆਪਾਂ ਇਕੱਠੇ ਹੋ ਕੇ ਕੰਮ ਕਰੀਏ, ਚਾਹੇ ਕੋਈ ਵੀ ਵਰਦੀ ਪਾਈ ਆ। ਸਪੋਰਟ ਦ ਪੁਲਿਸ। ਧੰਨਵਾਦ ਬਹੁਤ ਬਹੁਤ ਸਰਜੈਂਟ ਖੋਸਾ ਜੀ, ਤੁਸੀਂ ਸਦਾ ਹੀ ਐਕਸੈਸਿਬਲ ਹੋ। ਜਦ ਤੁਹਾਨੂੰ ਆਵਾਜ਼ ਮਾਰਦੇ ਹਾਂ ਤੁਸੀਂ ਆਉਂਦੇ ਆ। ਆਉਣ ਵਾਲੇ ਦਿਨਾਂ 'ਚ ਸੁਣਨ ਵਾਲਿਆਂ ਦੇ ਨਾਲ ਗੱਲ ਕਰਕੇ ਕੁਝ ਮੈਂ ਟਾਊਨ ਹਾਲ ਮੀਟਿੰਗ ਕੋਈ ਸੈੱਟ ਕਰਨੀ ਚਾਹੁੰਦਾ, ਜਿੱਥੇ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਚੀਫ ਆਵੇ, ਚਾਹੇ ਉਹ 100 ਦੀ 200 ਦੀ ਗੈਦਰਿੰਗ ਹੋਵੇ, 400 ਦੀ ਗੈਦਰਿੰਗ ਹੋਵੇ, ਤੇ ਜਿਹੜੇ ਮਿਲਣਾ ਚਾਹੁਣ ਸਰੀ ਪੁਲਿਸ ਸਰਵਿਸ ਨੂੰ ਉਹ ਮਿਲਣ, ਤੇ ਮੈਂ ਛੇਤੀ ਕੋਈ ਆਰਗੇਨਾਈਜ਼ ਕਰਾਂਗਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਵਿਲ ਵੇਟ ਫॉर योर ਇਨਵਾਈਟ।